ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਹੇ ਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਆਵਾਜ਼ ਘਟਾਓ। ਫਤਿਹ ਸ਼ਾਹ ਭਾਜਿਓ ਪਿਖਿਓ ਹਰੀ ਚੰਦ ਚੰਦੇਲ। ਚਕ੍ਰਿਤ ਚਿੱਤ ਚੌਂਪਿਓ ਚਪਿਓ ਗਹੇ ਹਾਥ ਮਹਿਸੇਲ। ਫਤਿਹ ਸ਼ਾਹ ਭਾਜਿਓ ਪਿਖਿਓ ਹਰੀ ਚੰਦ ਚੰਦੇਲ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਭਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ, ਆਪਣਿਆਂ ਪਿਆਰਿਆਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀਓ, ਲੜੀਵਾਰ ਕਥਾ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਭੰਗਾਣੀ ਦੀ ਧਰਤੀ 'ਤੇ ਮਹਾਨ ਯੁੱਧ ਕਰ ਰਹੇ ਹਨ। ਸੋ ਉਸ ਯੁੱਧ ਦੇ ਵਿੱਚ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਕਰਤੱਵ ਜਿਹੜੇ ਆ ਉਹ ਹੋ ਰਹੇ ਆ। ਭਿਆਨਕ ਯੁੱਧ ਹੈ। ਪਹਾੜੀ ਕਈ ਰਾਜੇ ਰਲ ਕੇ ਜੰਗ ਕਰ ਰਹੇ ਹਨ। ਉੱਧਰ ਤੁਸੀਂ ਕੱਲ੍ਹ ਸੁਣਿਆ ਬਾਬਾ ਜੀਤ ਮੱਲ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਹਤਰੇ, ਉਹਨਾਂ ਨੇ ਸਾਧ ਸੰਗਤ ਜੀ ਹਰੀ ਚੰਦ ਰਾਜੇ ਨੂੰ ਵੰਗਾਰਿਆ। ਦੋਵਾਂ ਦੇ ਵਿੱਚ ਵਾਰ ਸਾਂਝੇ ਹੋਏ ਆ। ਦੋਵਾਂ ਦੇ ਘੋੜੇ ਜਿਹੜੇ ਆ ਉਹ ਰਣ ਭੂਮੀ ਵਿੱਚ ਸਾਧ ਸੰਗਤ ਜੀ ਮਰ ਗਏ ਹਨ। ਦੋਵਾਂ ਦੀਆਂ ਬਾਹਾਂ ਦੇ ਉੱਤੇ ਜ਼ਖਮ ਹੋ ਗਿਆ ਹੈ। ਫਿਰ ਹਰੀ ਚੰਦ ਰਾਜੇ ਨੇ ਸਾਧ ਸੰਗਤ ਜੀ ਤੀਰ ਚਲਾਇਆ ਹੈ, ਕਿਉਂਕਿ ਉਹਦੇ ਤੀਰਾਂ ਦੇ ਨਾਲ ਬਹੁਤ ਸਾਰੇ ਲੋਕ ਮਰ ਰਹੇ ਸੀਗੇ। ਉਹਨੇ ਤੀਰ ਚਲਾਇਆ। ਉਸ ਦੇ ਤੀਰ ਦੇ ਨਾਲ ਬਾਬਾ ਜੀਤ ਮੱਲ ਜੀ ਦਾ ਸਾਧ ਸੰਗਤ ਜੀ ਸੀਨਾ ਜਿਹੜਾ ਸੀ ਉਹ ਪਾੜ ਗਿਆ ਅਤੇ ਬਾਬਾ ਜੀਤ ਮੱਲ ਜੀ ਸ਼ਹੀਦ ਹੋ ਗਏ ਜੀ। ਕੱਲ੍ਹ ਇਹ ਕਥਾ ਆਪਾਂ ਸੁਣੀ ਸੀ। ਹਰੀ ਚੰਦ ਰਾਜੇ ਨੂੰ ਵੀ ਬਾਬਾ ਜੀਤ ਮੱਲ ਜੀ ਰਾਹੀਂ ਤੀਰ ਵੱਜਾ, ਪਰ ਹਰੀ ਚੰਦ ਰਾਜਾ ਬੇਹੋਸ਼ ਹੋ ਗਿਆ ਜੀ।
ਉਹਨੂੰ ਬੇਹੋਸ਼ ਨੂੰ ਵੇਖ ਕੇ ਰਾਜਾ ਫਤਿਹ ਸ਼ਾਹ ਤੇ ਕੁਛ ਰਾਜੇ ਤੇ ਹੋਰ ਬੰਦੇ ਉੱਥੇ ਇਕੱਠੇ ਹੋਏ। ਮਹਾਰਾਜ ਨੇ ਰਾਮ ਸਿੰਘ ਨੂੰ ਹੁਕਮ ਕੀਤਾ ਵੀ ਚਲਾ ਤੋਪ ਉਸ ਪਾਸੇ ਜਿਸ ਪਾਸੇ ਇਹ ਇਕੱਠੇ ਹੋਏ ਹਨ। ਸਾਧ ਸੰਗਤ, ਭਾਈ ਰਾਮ ਸਿੰਘ ਜੀ ਨੇ ਉਸ ਪਾਸੇ ਤੋਪ ਚਲਾਈ ਹੈ। ਗੋਲੇ ਚੱਲੇ, ਕੁਝ ਪਠਾਨ ਮਰ ਗਏ, ਰੌਲਾ ਪਿਆ। ਇੱਕਦਮ ਸਾਰੇ ਰਾਜੇ ਉੱਥੋਂ ਭੱਜਣਾ ਸ਼ੁਰੂ ਹੋ ਗਏ ਜੀ। ਸੋ ਹਰੀ ਚੰਦ ਕਹਿੰਦੇ ਆ ਯੋਧਾ ਸੀ, ਉਹਨੇ ਬੇਹੋਸ਼ੀ ਪ੍ਰਾਪਤ ਕੀਤੀ ਹੈ। ਪਰ ਬਾਬਾ ਜੀਤ ਮੱਲ ਜੀ ਵੀ ਬੜੇ ਵੱਡੇ ਯੋਧੇ ਸੀਗੇ, ਉਹਨਾਂ ਨੇ ਸਾਧ ਸੰਗਤ ਜੀ ਸ਼ਹੀਦੀ ਪ੍ਰਾਪਤ ਕੀਤੀ ਹੈ। ਹੁਣ ਇਹਦੇ ਤੋਂ ਅੱਗੇ ਕਥਾ, ਕਿਉਂਕਿ ਅੱਜ ਦਾ ਪ੍ਰਸੰਗ ਥੋੜ੍ਹਾ ਲੰਬਾ ਹੈ ਅਤੇ ਸੁਰਤੀਆਂ ਇਕਾਗਰ ਕਰਕੇ ਆਪਾਂ ਨੇ ਇਸ ਪ੍ਰਸੰਗ ਨੂੰ ਸਰਵਣ ਕਰਨਾ ਹੈ। ਆਪਣੇ ਸਮੇਂ ਵਿੱਚ ਰਹਿ ਕੇ ਦਾਸ ਯਤਨ ਕਰੇਗਾ ਇਸ ਪ੍ਰਸੰਗ ਦੀ ਆਪਾਂ ਵਿਚਾਰ ਕਰ ਸਕੀਏ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਫਤਿਹ ਸ਼ਾਹ ਭਾਜਿਓ ਪਿਖਿਓ ਹਰੀ ਚੰਦ ਚੰਦੇਲ। ਫਤਿਹ ਸ਼ਾਹ ਵੀ ਭੱਜ ਗਿਆ ਜੀ। ਰਾਜਾ ਫਤਿਹ ਸ਼ਾਹ ਭੱਜ ਗਿਆ, ਉੱਥੋਂ ਭੱਜ ਕੇ ਦੂਰ ਨਿਕਲ ਗਿਆ, ਉਸ ਪਾਸੇ ਨਿਕਲ ਗਿਆ ਜਿੱਥੇ ਸਤਿਗੁਰਾਂ ਦਾ ਤੀਰ ਨਾ ਆ ਕੇ ਵੱਜੇ। ਸਾਧ ਸੰਗਤ ਜੀ, ਉਹਨੂੰ ਭੱਜਦੇ ਨੂੰ ਵੇਖ ਕੇ ਕਹਿਣ ਲੱਗੇ, ਹਰੀ ਚੰਦ ਚੰਦੇਲੀਏ ਨੇ ਦੇਖਿਆ। ਚਕ੍ਰਿਤ ਚਿਤ ਚੌਂਪਿਓ ਚਪਿਓ ਗਹੇ ਹਾਥ ਮਹਿ ਸੇਲ। ਸਾਧ ਸੰਗਤ ਜੀ, ਉਹ ਚੰਦੇਲੀਆ ਜਿਹੜਾ ਸੀਗਾ, ਉਹਨੇ ਆਪਣੇ ਹੱਥ 'ਚ ਉਦੋਂ ਨੇਜਾ ਫੜਿਆ ਸੀ। ਉਹ ਹੈਰਾਨ ਹੀ ਹੋ ਗਿਆ। ਫਤਿਹ ਸ਼ਾਹ ਰਾਜਾ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਭੱਜ ਰਿਹਾ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਾਂਜੀ। ਰਸਾਵਲ ਛੰਦ ਦਇਆ ਰਾਮ ਬੀਰੰ ਚੰਤੰਦ ਧੀਰੰ। ਕਹਿੰਦੇ ਦਇਆ ਰਾਮ ਬੀਰੰ ਨਦੰ ਚੰਦ ਧੀਰੰ। ਬੜੇ ਧੀਰਜਵਾਨ ਭਾਈ ਨੰਦ ਚੰਦ ਜੀ ਔਰ ਸੂਰਬੀਰ ਭਾਈ ਦਇਆ ਰਾਮ ਜੀ। ਕੋਪਿਓ ਗੰਗ ਰਾਮੰ ਗੁਲਾਬੰ ਸੋਨਾਮੰ। ਕਹਿਣ ਲੱਗੇ ਭਾਈ ਗੁਲਾਬ ਰਾਮ ਜੀ, ਹਾਂਜੀ, ਤੇ ਭਾਈ ਗੁਲਾਬ ਚੰਦ ਜੀ ਵਾਹਿਗੁਰੂ, ਤੇ ਭਾਈ ਗੰਗ ਰਾਮ ਜੀ, ਇਹ ਸਾਰੇ ਬੜੇ ਵੀਰ ਰਸ ਵਿੱਚ ਆਏ ਆ ਜਦੋਂ ਬਾਬਾ ਜੀਤ ਮੱਲ ਜੀ ਸ਼ਹੀਦ ਹੋ ਗਏ। ਮਰਿਓ ਜੀਤ ਮੱਲੰ ਪਿਖਿਓ ਭੂਮ ਥਲੰ। ਉਹਨਾਂ ਨੇ ਵੇਖਿਆ ਜੀਤ ਮੱਲ ਜੀ ਸ਼ਹੀਦ ਹੋ ਗਏ ਹਨ ਔਰ ਰਣ ਖੇਤਰ ਵਿੱਚ ਉਹਨਾਂ ਦਾ ਸਰੀਰ ਡਿੱਗਾ ਪਿਆ ਹੈ। ਸਭੈ ਕੋਪ ਧਾਏ ਪਹਾੜੀ ਪਲਾਏ। ਕਹਿਣ ਲੱਗੇ ਫਿਰ ਗੁੱਸੇ ਵਿੱਚ ਆਏ ਸਾਰੇ ਜੀ, ਬੇਰ ਰਸ ਵਿੱਚ ਆਏ ਔਰ ਪਹਾੜੀਆਂ ਦੀ ਫੌਜਾਂ ਉੱਤੇ ਟੁੱਟ ਕੇ ਪੈ ਗਏ। ਸਧੀਰੰ ਚੰਦੇਲੰ ਧਰੇ ਹੱਥ ਸੇਲੰ। ਕਹਿਣ ਲੱਗੇ ਧੀਰਜਵਾਨ ਚੰਦੇਲੇ ਨੇ, ਉਹ ਰਾਜਾ ਸੀ ਚੰਦੇਲਾ, ਉਹਨੇ ਆਪਣੇ ਹੱਥ ਵਿੱਚ ਨੇਜਾ ਰੱਖਿਆ ਸੀ। ਅਰਿਓ ਅਗਰ ਆਈ ਕੋਲੰਗ ਲਾਜ ਪਾਈ। ਸਾਧ ਸੰਗਤ ਜੀ, ਉਹਨੇ ਕੁੱਲ ਦੀ ਲਾਜ ਰੱਖੀ ਵੀ ਮੈਂ ਰਾਜਾ ਹਾਂ, ਮੈਂ ਨਹੀਂ ਭੱਜਣਾ। ਉਹ ਫਿਰ ਇਹਨਾਂ ਗੁਰਸਿੱਖਾਂ ਦੇ ਅੱਗੇ ਅੜ ਪਿਆ। ਹਤਿਓ ਏਕ ਦੁਆਇ ਕੈ ਰਹਿਓ ਠਾਂਡ ਹੋਇ ਕੈ। ਮਹਾਰਾਜ ਜੀ ਦੇ ਗੁਰਸਿੱਖਾਂ ਵਿੱਚੋਂ ਇੱਕ ਦੋ ਨੂੰ ਉਹਨੇ ਮਾਰਿਆ, ਜੰਗ ਦੇ ਮੈਦਾਨ 'ਚ ਖੜਾ ਰਿਹਾ। ਨਿਕਾਰੀ ਕਿਰਪਾਨਾ ਚਾਹੈ ਸ਼ਤਰੂ ਹਾਨਾ। ਸਾਰਿਆਂ ਨੇ ਫਿਰ ਤਲਵਾਰਾਂ ਕੱਢ ਲੀਆਂ ਤੇ ਸ਼ਸਤਰਾਂ ਨੂੰ ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਹਨ। ਦਇਆ ਰਾਮ ਆਦੰ ਢੁਕੇ ਬੋਲ ਬਾਦੰ। ਕਹਿੰਦੇ ਦਇਆ ਰਾਮ ਜੀ ਤੇ ਹੋਰ ਗੁਰਸਿੱਖ ਨਾ ਫਿਰ ਬੜੀ ਦਲੇਰੀ ਵਾਲੇ ਬੋਲ ਰਹੇ ਸੀ, ਕਿਉਂਕਿ ਗੱਲਾਂ ਦੀ ਵੀ ਸਾਧ ਸੰਗਤ ਜੀ ਜੰਗ ਹੁੰਦੀ ਹੈ। ਜੇ ਚੜ੍ਹਦੀ ਕਲਾ ਵਾਲੀ ਗੱਲ ਕਰੀਏ ਨਾ ਤੇ ਸਰੀਰ ਵੀ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਜੀ। ਸੋ ਦਇਆ ਰਾਮ ਜੀ ਹੁਣੇ
ਵੀਰ ਰਸੀ ਬਚਨ ਕਰ ਰਹੇ ਹਨ। ਕਰੈ ਖਗ ਗਾਤਾ ਕਟਿਓ ਸ਼ਤਰੂ ਗਾਤਾ। ਬਸ ਫਿਰ ਤਲਵਾਰਾਂ ਨਾਲ ਹੀ ਜੰਗ ਸ਼ੁਰੂ ਹੋ ਗਿਆ ਤੇ ਸ਼ਤਰੂਆਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਚਿਤੰ ਸਵਾਮ ਕਾਮੰ ਗਿਰਿਓ ਜੰਗ ਧਾਮੰ। ਆਪਣੇ ਸੁਆਮੀ ਦਾ ਕੰਮ ਚਿਤਵਦੇ ਹਨ। ਮਨ ਵਿੱਚ ਭਾਵਨਾ ਹੈ ਆਪਾਂ ਆਪਣੇ ਸਤਿਗੁਰਾਂ ਦੀ ਖੁਸ਼ੀ ਲੈਣੀ ਹੈ। ਇਸ ਗੱਲ ਨੂੰ ਚਿਤਵ ਕੇ ਜੰਗ ਦੇ ਮੈਦਾਨ ਵਿੱਚ ਜੌਹਰ ਵਿਖਾਉਂਦੇ ਹਨ। ਰਖਿਓ ਧਰਮ ਬੀਰੰ ਤਜੀ ਹੈ ਨਾ ਧੀਰੰ। ਕਹਿਣ ਲੱਗੇ ਸਾਰੇ ਫਿਰ ਆਪਣਾ ਧਰਮ ਰੱਖਣਾ ਚਾਹੁੰਦੇ ਆ। ਉਧਰ ਪਹਾੜੀਏ ਵੀ ਚਾਹੁੰਦੇ ਆ ਵੀ ਸਾਡੀ ਇੱਜ਼ਤ ਬਚੇ। ਗੁਰਸਿੱਖ ਵੀ ਮਹਾਰਾਜ ਦੀ ਖੁਸ਼ੀ ਲੈਣਾ ਚਾਹੁੰਦੇ ਹਨ। ਭਇਓ ਟੂਕ ਟੂਕੰ ਪਰੀ ਕੂਕ ਕੂਕੰ। ਕਹਿਣ ਲੱਗੇ ਫਿਰ ਖੂਬ ਜਦੋਂ ਤਲਵਾਰਾਂ ਚੱਲੀਆਂ ਤੇ ਵੱਢ ਟੁੱਕ ਹੋਣੀ ਸ਼ੁਰੂ ਹੋਈ ਆ। ਟੁਕੜੇ ਟੁਕੜੇ ਇੱਕ ਦੂਜੇ ਦੇ ਹੋਣ ਲੱਗ ਪਏ। ਭਇਓ ਭਾਜ ਗਇਓ ਭਾਜ ਰਾਜਾ ਤਜਿਓ ਜੰਗ ਕਾਜਾ। ਸਾਰੇ ਕਹਿਣ ਲੱਗੇ ਉਹ ਫਤਿਹ ਸ਼ਾਹ ਭੱਜ ਗਿਆ ਜੇ। ਰਾਜਾ ਫਤਿਹ ਸ਼ਾਹ ਭੱਜ ਗਿਆ, ਉਹਨੇ ਜੰਗ ਦਾ ਕੰਮ ਛੱਡ ਦਿੱਤਾ ਹੈ। ਰਿਸੇ ਖਾਨਜ਼ਾਦੇ ਬਜੇ ਦੀਹ ਬਾਜੇ। ਪਠਾਨ ਵੀ ਬੜੇ ਗੁੱਸੇ ਵਿੱਚ ਆਏ ਵੀ ਫਤਿਹ ਸ਼ਾਹ ਕਿਉਂ ਭੱਜ ਗਿਆ। ਉਧਰੋਂ ਵੱਡੇ ਵੱਡੇ ਨਗਾਰੇ ਵੱਜ ਉੱਠੇ। ਫਿਰੇ ਫੇਰ ਸਾਰੇ ਕਰੈ ਮਾਰ ਮਾਰੇ। ਪਰ ਹੁਣ ਸਿੰਘ ਭੱਜਣ ਦਿੰਦੇ ਸੀ ਗੁਰੂ ਕੇ ਸਿੱਖ ਜੀ ਉਹਨਾਂ ਨੂੰ ਭੱਜਦਿਆਂ ਨੂੰ। ਕਹਿਣ ਲੱਗੇ ਘੋੜਿਆਂ ਨੂੰ ਫੇਰ ਕੇ ਉਹਨਾਂ ਦੇ ਅਗਲੇ ਪਾਸੇ ਲਿਆ ਕੇ ਮਾਰਦੇ ਹਨ। ਨਿਜਾਬੰ ਪਠਾਨਾ ਸੰਗੋ ਸ਼ਾਹ ਜਵਾਨਾ। ਨਜਾਬਤ ਖਾਨ ਦੀ ਤੇ ਬਾਬਾ ਸੰਗੋ ਸ਼ਾਹ ਜੀ ਦੀ ਜੰਗ ਹੋ ਰਹੀ ਸੀ। ਹੱਥੋਂ ਹੱਥ ਵਾਲੀ ਜਿਹੜੀ ਜੰਗ ਹੈ ਉਹ ਹੋ ਰਹੀ ਹੈ। ਅਰੇ ਆਪ ਮਾਹੀ ਹਟੇ ਪੈਰ ਨਾਹੀ। ਉਹ ਆਪਸ ਵਿੱਚ ਅੜ ਗਏ, ਇੱਕ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਦੋਵੇਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਵਾਰ ਕਰ ਰਹੇ ਹਨ। ਸਭਾ ਵਿੱਚ ਜੋ ਹੁਤੇ ਮੇਲ ਦੋ। ਕਹਿਣ ਲੱਗੇ ਜਦੋਂ ਇਹ ਪਠਾਨ ਮਹਾਰਾਜ ਦੇ ਕੋਲ ਰਹਿੰਦੇ ਸੀ ਨਾ ਤੇ ਸਾਧ ਸੰਗਤ ਜੀ ਬਾਬਾ ਸੰਗੋ ਸ਼ਾਹ ਜੀ ਦੇ ਨਾਲ ਇਸ ਨਜਾਬਤ ਖਾਂ ਦੀਆਂ ਗੱਲਾਂ ਬਾਤਾਂ ਆਮ ਹੀ ਹੁੰਦੀਆਂ ਰਹਿੰਦੀਆਂ ਸੀ। ਦੋਸਤੀ ਸੀਗੀ ਦੋਵਾਂ ਦੀ। ਹਾਂਜੀ। ਪੁਰੰਗ ਵਿੱਚ ਨਾਰੀ ਗੁਰੂ ਧੀਰ ਵਾਰੀ। ਕਹਿਣ ਲੱਗੇ ਹੁਣ ਵੇਖੋ ਕਿਹੋ ਜਿਹਾ ਸਮਾਂ ਬਣਿਆ ਕਿ ਇੱਕ ਮਹਾਰਾਜ ਜੀ ਦੇ ਤੀਰ ਗੁਰੂ ਸਾਹਿਬ ਦੇ ਕੋਲ ਹੈ ਤੇ ਦੂਜਾ ਸਤਿਗੁਰਾਂ ਦੇ ਉਲਟ ਹੋ ਗਿਆ ਜੀ। ਦੋਵੇਂ ਆਪਸ ਵਿੱਚ ਮਿੱਤਰ ਸਨ ਪਰ ਹੁਣ ਜੰਗ ਦੇ ਮੈਦਾਨ ਵਿੱਚ ਖਲੋਤੇ ਹਨ। ਦੋਹਰਾ ਕਰਤ ਹੁਤੇ ਰਨ ਬਾਤ ਕੋ ਘਾਤ ਅਨੇਕ ਉਪਾਏ। ਕਿਉਂਕਿ ਦੋਵੇਂ ਹੀ ਯੋਧੇ ਆ, ਦੋਵੇਂ ਹੀ ਸੂਰਮੇ ਆ, ਇਸ ਕਰਕੇ ਦੋਵੇਂ ਹੀ ਜੰਗ ਦੀਆਂ ਗੱਲਾਂ ਕਰਦੇ ਹੁੰਦੇ ਸੀ। ਇਕੱਠੇ ਹਥਿਆਰਾਂ ਦੀ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਦੇ ਹੁੰਦੇ ਸੀਗੇ। ਕਿਵੇਂ ਕਿਹੜਾ ਦਾਅ ਹੈ ਕਿਹੜਾ ਦਾਅ ਹੈ, ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਹੁੰਦੇ ਸੀਗੇ। ਹਾਂਜੀ। ਮਾਨਤ ਭੱਟ ਵੱਡ ਆਪ ਕੋ ਦੋਨੋਂ ਸਹਿਜ ਸੁਪਾਏ। ਕਹਿੰਦੇ ਦੋਵੇਂ ਹੀ ਆਪਣੇ ਆਪ ਨੂੰ ਯੋਧਾ ਸਮਝਦੇ ਐ। ਨਜਾਬਤ ਖਾਂ ਵੀ ਯੋਧਾ ਹੈ ਤੇ ਬਾਬਾ ਜੀ ਬਾਬਾ ਸੰਗੋ ਸ਼ਾਹ ਜੀ ਤਾਂ ਹੈ ਹੀ ਯੋਧੇ ਆ ਸਾਧ ਸੰਗਤ ਜੀ। ਹਾਂਜੀ। ਰਸਾਵਲ ਛੰਦ ਭਈ ਯਾਦ ਸੋ ਬਿਰੇ ਪੀਰ ਦੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਆਪਸ ਵਿੱਚ ਭਿੜ ਰਹੇ ਆ, ਇੱਕ ਦੂਜੇ ਉੱਤੇ ਦਾ ਵਰਤਦੇ ਹਨ। ਕਰੈ ਸ਼ੀਘਰਤਾਈ ਪਰਿਓ ਨੇਰ ਆਈ। ਬੜੀ ਫੁਰਤੀ ਕਰਕੇ ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਆ, ਇੱਕ ਦੂਜੇ ਦੇ ਨੇੜੇ ਹੁੰਦੇ ਹਨ। ਕਿਰਪਾਨੈ ਨਿਕਾਰੀ ਭਇਓ ਭੇਰ ਭਾਰੀ। ਕਿਰਪਾਨਾਂ ਕੱਢ ਲੀਆਂ ਦੋਵਾਂ ਨੇ ਕਿਉਂਕਿ ਤਲਵਾਰਾਂ ਦਾ ਜੰਗ ਹੋਣਾ ਸ਼ੁਰੂ ਹੋ ਗਿਆ ਨਾ। ਇਹ ਸਮਾਪਤੀ ਹੁੰਦੀ ਆ ਜਦੋਂ ਤਲਵਾਰਾਂ ਨਾਲ ਜੰਗ ਹੋਣ ਲੱਗ ਪਵੇ ਨਾ, ਫਿਰ ਸਮਝੋ ਸਮਾਪਤੀ ਹੈ। ਤੇ ਸਾਧ ਸੰਗਤ ਜੀ ਤਲਵਾਰਾਂ ਕੱਢ ਲੀਆਂ ਤੇ ਭੇੜ ਹੋ ਰਿਹਾ ਹੈ। ਧਰੀ ਢਾਲ ਆਗੈ ਤੱਕੇ ਦਾਵ ਲਾਗੇ। ਤੇ ਉਹ ਢਾਲ ਇੱਕ ਦੂਜਾ ਦੀ ਤਲਵਾਰ ਨੂੰ ਰੋਕਦੇ ਆ ਢਾਲ ਨਾਲ। ਕਦੀ ਉਧਰੋਂ ਉਹ ਢਾਲ ਅੱਗੇ ਕਰ ਲੈਂਦੇ ਆ, ਕਦੀ ਉਹ ਢਾਲ ਅੱਗੇ ਕਰ ਲੈਂਦਾ ਨਜਾਬਤ ਖਾਂ। ਕਿਉਂਕਿ ਦੋਵਾਂ ਨੂੰ ਸ਼ਸਤਰ ਵਿੱਦਿਆ ਬਰਾਬਰ ਸੀ ਨਾ ਦੋਵਾਂ ਦੀ, ਦੋਵਾਂ ਨੂੰ ਵਾਰ ਰੋਕਣਾ ਵੀ ਆਉਂਦਾ ਸੀਗਾ ਜੀ। ਹਾਂਜੀ। ਉਭਾਰੈ ਚਲਾਵੈ ਸਰੀਰੰਗ ਬਚਾਵੈ। ਉਭਾਰ ਕੇ ਤਾਂ ਨੂੰ ਚੁੱਕ ਕੇ ਤਲਵਾਰ ਮਾਰਦੇ ਆ, ਦੋਵੇਂ ਇੱਕ ਦੂਜੇ ਨੂੰ ਤਲਵਾਰਾਂ ਮਾਰਦੇ ਆ, ਦੋਵੇਂ ਇੱਕ ਦੂਜੇ ਦਾ ਸਰੀਰ ਬਚਾਉਂਦੇ ਹਨ। ਖਰੰ ਖਗ ਧਾਰੈ ਸੋ ਉੱਚੈ ਉਸਾਰੈ। ਵਾਹਿਗੁਰੂ ਦੋਵੇਂ ਆਪੋ ਆਪਣਾ ਸਰੀਰ ਬਚਾਉਂਦੇ ਹਨ ਸਾਧ ਸੰਗਤ ਜੀ। ਤੇ ਖਰੰ ਖਗ ਧਾਰੈ ਸੋ ਉੱਚੇ ਉਸਾਰੈ।
ਕਹਿੰਦੇ ਬੜੀ ਤੇਜ਼ ਤਲਵਾਰਾਂ ਜਿਹੜੀਆਂ ਹੱਥ 'ਚ ਨੇ ਨਾ, ਉੱਚਾ ਉੱਚਾ ਉੱਤੋਂ ਲਿਆ ਕੇ ਹੇਠਾਂ ਨੂੰ ਮਾਰਦੇ ਆ, ਪਰ ਆਪਣੇ ਆਪਣੇ ਸਰੀਰ ਨੂੰ ਬਚਾਉਂਦੇ ਹਨ। ਲੱਗੈ ਘਾਵ ਅੰਗਾ ਭਏ ਲਾਲ ਰੰਗਾ। ਪਰ ਹੁਣ ਤਲਵਾਰ ਵੱਜ ਵੀ ਜਾਂਦੀ ਹੈ, ਕਿਤੇ ਬਾਂਹ ਤੇ ਵੱਜ ਗਈ, ਕਿਤੇ ਲੱਤ ਤੇ ਵੱਜ ਗਈ। ਕਹਿਣ ਲੱਗੇ ਦੋਵਾਂ ਦੇ ਸਰੀਰ ਉੱਤੇ ਜ਼ਖਮ ਵੀ ਹੋ ਰਹੇ ਹਨ। ਬਾਹਿਓ ਸ਼੍ਰੋਣ ਜਾਈ ਤਜੈ ਪੈ ਨਾ ਥਾਈ। ਔਰ ਸਾਧ ਸੰਗਤ ਜੀ, ਜਿੱਥੇ ਜ਼ਖਮ ਹੁੰਦਾ ਉਸ ਅੰਗ ਦਾ ਰੰਗ ਲਾਲ ਹੋ ਜਾਂਦਾ ਖੂਨ ਦੇ ਨਾਲ। ਸਾਧ ਸੰਗਤ ਜੀ, ਪਰ ਜ਼ਖਮ ਹੋ ਰਿਹਾ, ਖੂਨ ਨਿਕਲ ਰਿਹਾ, ਪਰ ਸਾਧ ਸੰਗਤ ਜੀ ਉਹ ਜੰਗ ਦੇ ਵਿੱਚ ਪਛਾਣ ਨੂੰ ਪੈਰ ਨਹੀਂ ਪੁੱਟਦੇ, ਅੱਗੇ ਹੋ ਕੇ ਜੰਗ ਕਰਦੇ ਹਨ। ਮਨੋ ਢਾਕ ਫੂਲੇ ਦੋ ਵੀਰ ਝੂਲੇ। ਕਹਿਣ ਲੱਗੇ ਮਾਨੋ ਪਲਾਸ ਦਾ ਲਾਲ ਫੁੱਲ ਹੀ ਖਿੜਿਆ ਹੋਵੇ। ਦੋਵਾਂ ਸਰੀਰਾਂ ਦੇ, ਵਾਹਿਗੁਰੂ ਦੋਵਾਂ ਯੋਧਿਆਂ ਦੇ ਸਰੀਰ ਲਾਲ ਹੋ ਗਏ ਹਨ। ਦੋਵਾਂ ਨੇ ਇੱਕ ਦੂਜੇ ਨੂੰ ਇੰਨੇ ਜ਼ਖਮ ਦਿੱਤੇ ਸਾਧ ਸੰਗਤ ਜੀ। ਰਣੰ ਰੰਗ ਸੋਹਾ ਗੁਰੂ ਕੀ ਨ ਦੋਹਾ। ਕਹਿਣ ਲੱਗੇ ਇਹਨਾਂ ਨੇ ਤਾਂ ਜੰਗ ਦੇ ਮੈਦਾਨ ਦਾ ਰੰਗ ਹੀ ਸੂਹਾ ਕਰ ਦਿੱਤਾ ਸੀਗਾ ਜੀ, ਲਾਲ ਕਰ ਦਿੱਤਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਚਿੱਤਰ ਨਾਟਕ ਵਿੱਚ ਇੱਕ ਦੋਹਰਾ ਵੀ ਲਿਖਿਆ, ਨਜਾਬਤ ਖਾਂ ਤੇ ਸੰਗੋ ਸ਼ਾਹ ਦੀ ਜੰਗ ਨੂੰ ਲੈ ਕੇ। ਸ਼੍ਰੀ ਮੁਖਵਾਕ ਦੋਹਰਾ। ਇਹ ਹੁਣ ਸਤਿਗੁਰੂ ਜੀ ਦੀ ਬਾਣੀ ਹੈ, ਆਖੋ ਸ੍ਰੀ ਵਾਹਿਗੁਰੂ। ਹਾਂਜੀ। ਮਾਰ ਨਿਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ। ਹਾਂਜੀ। ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ। ਹੁੰਦਾ ਕੀ ਹੈ ਸਾਧ ਸੰਗਤ ਜੀ, ਮਹਾਰਾਜ ਬਾਜਾਂ ਵਾਲੇ ਸਤਿਗੁਰੂ ਲਿਖਦੇ ਆ, ਦੋਵੇਂ ਵੱਡੇ ਯੋਧੇ ਆ, ਦੋਵਾਂ ਨੇ ਇੱਕ ਦੂਜੇ ਨੂੰ ਮਾਰਿਆ। ਸਾਧ ਸੰਗਤ ਜੀ, ਬਾਬਾ ਸੰਗੋ ਸ਼ਾਹ ਜੀ ਵੀ ਸ਼ਹੀਦ ਹੋ ਗਏ। ਸਾਧ ਸੰਗਤ ਗੱਜ ਕੇ ਆਖੋ ਵਾਹਿਗੁਰੂ। ਬਾਬਾ ਸੰਗੋ ਸ਼ਾਹ ਜੀ ਸ਼ਹੀਦ ਹੋ ਗਏ ਹਨ, ਔਰ ਨਜਾਬਤ ਖਾਂ ਵੀ ਮਰ ਗਿਆ। 10ਵੇਂ ਪਾਤਸ਼ਾਹ ਮਹਾਰਾਜ ਲਿਖਦੇ ਆ, ਕਹਿੰਦੇ ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋਏ ਆ ਨਾ, ਇੱਕ ਵਾਰੀ ਗੁਰਸਿੱਖਾਂ ਦੇ ਵਿੱਚ ਹਾਹਾਕਾਰ ਮਚੀ ਜੀ। ਇਹ ਲੋਕਾਂ ਭਇਓ। ਕਿਉਂ? ਬਾਬਾ ਸੰਗੋ ਸ਼ਾਹ ਜੀ ਦਾ ਹਰ ਇੱਕ ਨਾਲ ਪਿਆਰ ਸੀਗਾ। ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਭਰਾ ਨੇ, ਔਰ ਉਮਰ ਵਿੱਚ ਸਤਿਗੁਰੂ ਜੀ ਤੋਂ ਕਿਤੇ ਵੱਡੇ ਆ। ਸਾਧ ਸੰਗਤ ਜੀ, ਮਹਾਰਾਜ ਜੀ ਤੋਂ ਵੱਡੇ ਆ ਉਮਰ ਵਿੱਚ। ਸਾਰੇ ਬੜਾ ਸਤਿਕਾਰ ਵੀ ਕਰਦੇ ਸੀ, ਔਰ ਬਾਬਾ ਸੰਗੋ ਸ਼ਾਹ ਜੀ ਸਾਰਿਆਂ ਨਾਲ ਪਿਆਰ ਵੀ ਬੜਾ ਕਰਦੇ ਸੀਗੇ। ਬੜਾ ਪਿਆਰ ਕਰਨਾ। ਗੁਰਸਿੱਖਾਂ ਵਿੱਚ ਹਾਹਾਕਾਰ ਮਚ ਗਈ ਜਦੋਂ ਪਤਾ ਲੱਗਾ ਕਿ ਸੰਗੋ ਸ਼ਾਹ ਜੀ ਸ਼ਹੀਦ ਹੋ ਗਏ। ਇੱਕ ਭਰਾ ਤਾਂ ਪਹਿਲਾਂ ਸ਼ਹੀਦ ਹੋ ਗਿਆ, ਹੁਣ ਦੂਜਾ ਵੀ ਸ਼ਹੀਦ ਹੋ ਗਿਆ। ਸਾਧ ਸੰਗਤ ਜੀ, ਪਰ 10ਵੇਂ ਪਾਤਸ਼ਾਹ ਆਪ ਲਿਖਦੇ ਆ, ਕੋਈ ਹੋਰ ਬੰਦਾ ਲਿਖੇ ਨਾ ਉਹਦੀ ਗੱਲ ਹੋਰ ਹੈ, ਪਰ ਮਹਾਰਾਜ ਨੇ ਆਪ ਲਿਖਿਆ ਆਪਣੀ ਬਾਣੀ 'ਚ। ਕਹਿੰਦੇ ਇਹ ਲੋਕਾਂ ਭਇਓ ਸੁਰਗ ਲੋਕ ਜੈਕਾਰ। ਸਵਰਗ ਦੇ ਵਿੱਚ, ਸੱਚਖੰਡ ਦੇ ਵਿੱਚ ਬਾਬਾ ਸੰਗੋ ਸ਼ਾਹ ਜੀ ਦੀ ਜੈ ਜੈਕਾਰ ਹੋਈ ਜੀ, ਜੈ ਜੈਕਾਰ ਹੋਈ ਜੀ। ਕਿਉਂ? ਸਤਿਗੁਰਾਂ ਦੇ ਦੋਤਰੇ ਨੇ, ਗੁਰੂ ਜੀ ਦੇ ਭਾਣਜੇ ਆ, ਗੁਰੂ ਜੀ ਦੇ ਪੁੱਤਰ ਨੇ, ਸਾਹਿਬ ਵਾਹਿਗੁਰੂ ਭਰਾ ਨੇ। ਸਾਧ ਸੰਗਤ ਜੀ, ਹਾਂਜੀ। ਪਿਖ ਪੁਰਸ਼ਾਰਥ ਵੀਰ ਕੋ ਕਰਿਓ ਜੰਗ ਵੱਡ ਕਾਮ। ਕਹਿਣ ਲੱਗੇ ਸੂਰ ਵੀਰਾਂ ਦਾ ਉਦਮ ਵੇਖਿਆ ਮਹਾਰਾਜ ਨੇ, ਤਾਈਓ ਤੇ ਇਹ ਜੰਗ ਦਾ ਕਾਰਜ ਸਤਿਗੁਰੂ ਜੀ ਨੇ ਆਰੰਭ ਕੀਤਾ ਸੀਗਾ। ਸੰਗੋ ਕਾ ਸਤਿਗੁਰ ਧਰਿਓ ਨਾਮ ਸ਼ਾਹ ਸੰਗਰਾਮ। ਤੇ ਮਹਾਰਾਜ ਨੇ ਸੰਗੋ ਸ਼ਾਹ ਜੀ ਦਾ ਫਿਰ ਨਾਮ ਪਤਾ ਕੀ ਰੱਖਿਆ? ਮਹਾਰਾਜ ਕਹਿਣ ਲੱਗੇ ਸੰਗੋ ਸ਼ਾਹ ਜੀ ਦਾ ਨਾਮ ਹੈ ਸੰਗਰਾਮ ਸ਼ਾਹ। ਆਖੋ ਸ੍ਰੀ ਵਾਹਿਗੁਰੂ। ਸੰਗਰਾਮ ਕਿਹਨੂੰ ਕਹਿੰਦੇ ਆ? ਯੁੱਧ ਨੂੰ ਕਹਿੰਦੇ। ਸਾਧ ਸੰਗਤ ਜੀ, ਮਹਾ ਸੰਗਰਾਮ, ਵੱਡਾ ਯੁੱਧ, ਸੰਗਰਾਮ ਯੁੱਧ। ਮਹਾਰਾਜ ਕਹਿਣ ਲੱਗੇ ਸੰਗੋ ਸ਼ਾਹ ਸੰਗਰਾਮ ਸ਼ਾਹ ਹੈ, ਭਾਵ ਇਹਨੂੰ ਸੰਗ ਕੋਈ ਨਹੀਂ ਹੈ, ਬਲਕਿ ਇਹ ਤਾਂ ਯੁੱਧ ਦੇ ਧਨੀ ਨੇ। ਸ਼ਾਹ ਕਿਹਨੂੰ ਕਹਿੰਦੇ? ਧਨੀ ਨੂੰ ਕਹਿੰਦੇ ਆ ਜੀ। ਸੋ ਮਹਾਰਾਜ ਨੇ ਲਕਬ ਬਖਸ਼ਿਸ਼ ਕੀਤਾ ਬਾਬਾ ਸੰਗੋ ਸ਼ਾਹ ਜੀ ਨੂੰ ਸੰਗਰਾਮ ਸ਼ਾਹ ਦਾ। ਰਸਾਵਲ ਛੰਦ ਲੱਗੇ ਘਾਵ ਸੋਹੈ
ਢਕੀ ਬੰਕ ਭੋਹੈ। ਕਹਿਣ ਲੱਗੇ ਘਾਵ ਸੋਹ, ਸਰੀਰ ਤੇ ਜ਼ਖਮ ਹੋਏ ਪਏ ਸੀ, ਉਹ ਵੀ ਬੜੇ ਫੱਬਦੇ ਸਨ। ਬੀਰ ਰਸ ਨਾਲ ਜਿਹੜੀਆਂ ਭਵਾਂ ਸਨ ਇਹ ਟੇਢੀਆਂ ਹੋਈਆਂ ਸਨ। ਗਿਰਿਓ ਜੰਗ ਮਾਹੀ, ਹਟਿਓ ਪੈਰ ਨਾਹੀ। ਬਾਬਾ ਸੰਗੋ ਸ਼ਾਹ ਜੀ ਜੰਗ ਦੇ ਮੈਦਾਨ 'ਚ ਤਾਂ ਡਿੱਗ ਗਏ, ਪਰ ਸਾਧ ਸੰਗਤ ਜੀ ਪੈਰ ਨਹੀਂ ਪਿੱਛੇ ਕੀਤਾ ਜੀ, ਪਛਾਣ ਨੂੰ ਨਹੀਂ ਹੋਏ। ਫਤਿਹ ਸ਼ਾਹ ਤੋਂ ਤਾਂ ਕਿਤੇ ਮਹਾਨ ਯੋਧੇ ਨੇ, ਫਤਿਹ ਸ਼ਾਹ ਤੇ ਜੰਗ ਦੇ ਮੈਦਾਨ ਵਿੱਚੋਂ ਭੱਜ ਹੀ ਗਿਆ ਨਾ ਸਾਧ ਸੰਗਤ ਜੀ। ਪੁਰਜਾ ਪੁਰਜਾ ਕੱਟ ਮਰੇ, ਪਰ ਨਾ ਦੁਸ਼ਮਣ ਕੋ ਪਿੱਠ ਦਿਖਾਈ, ਇੱਕ ਕਵਿਤਾ। ਤੇ ਸਤਿਗੁਰੂ ਜੀ ਦੀ ਬਾਣੀ ਵੀ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਸੋ ਹਟਿਓ ਪੈਰ ਨਾਹੀ, ਕਹਿੰਦੇ ਇਹਨਾਂ ਨੇ ਪੈਰ ਨਹੀਂ ਪਿੱਛੇ ਹਟਾਇਆ। ਗਇਓ ਦੇਵ ਲੋਕੰ ਜਹਾਂ ਨਾਹੇ ਸ਼ੋਕੰ। ਉਸ ਸੱਚਖੰਡ ਵਿੱਚ ਚਲੇ ਗਏ ਆ ਸਾਧ ਸੰਗਤ ਜੀ, ਜਿੱਥੇ ਮੁੜ ਕਦੀ ਸ਼ੋਕ ਦੁੱਖ ਨਹੀਂ ਹੁੰਦਾ। ਗਿਰੇ ਬੀਰ ਦੋਈ ਪ੍ਰਭੂ ਪੇਖ ਸੋਈ। ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਦੇਖਿਆ, ਉਧਰੋਂ ਨਜਾਬਤ ਖਾਨ ਡਿੱਗਿਆ ਪਿਆ ਧਰਤੀ ਤੇ, ਉਧਰੋਂ ਬਾਬਾ ਸੰਗੋ ਸ਼ਾਹ ਜੀ ਡਿੱਗੇ ਆ। ਸਾਧ ਸੰਗਤ ਜੀ, ਬਾਬਾ ਸੰਗੋ ਸ਼ਾਹ ਜੀ ਨਾਲ ਮਹਾਰਾਜ ਦਾ ਬਹੁਤ ਪ੍ਰੇਮ ਹੈ ਜੀ। ਕਿੰਨਾ ਪ੍ਰੇਮ ਹੈ, ਮਹਾਰਾਜ ਆਪਣੇ ਵਿਆਹ ਵਿੱਚ ਵੀ ਸੰਗੋ ਸ਼ਾਹ ਜੀ ਨੂੰ ਆਪਣੇ ਨਾਲ ਰੱਖਦੇ ਹੈ ਜੀ। ਇੰਨਾ ਪਿਆਰ ਹੈ ਸੱਚੇ ਪਾਤਸ਼ਾਹ ਜੀ ਦਾ। ਹਾਂਜੀ, ਚੱਲੇ ਆਪ ਆਗੇ ਹਿਰਦੇ ਕੋਪ ਜਾਗੇ। ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋ ਗਏ ਨਾ, ਸਤਿਗੁਰਾਂ ਨੇ ਕਹਿ ਦਿੱਤਾ ਇਹ ਸੰਗਰਾਮ ਸ਼ਾਹ ਹੈ। ਬਸ ਫਿਰ ਇੰਨਾ ਵੀਰ ਰਸ ਸਤਿਗੁਰਾਂ ਦੇ ਅੰਦਰ ਜਾਗਿਆ, ਫਿਰ ਮਹਾਰਾਜ ਨੇ ਫੁਰਨਾ ਬਣਾਇਆ, ਹੁਣ ਅਸੀਂ ਆਪ ਜੰਗ ਵਿੱਚ ਜਾਵਾਂਗੇ। ਹਾਂਜੀ, ਸੰਭਾਰੇ ਕੁਦੰਡੰ ਖਤੰਗੇ ਪ੍ਰਚੰਡੰ। ਮਹਾਰਾਜ ਬਾਕੀ ਤਾਂ ਤਲਵਾਰਾਂ ਨਾਲ ਜੰਗ ਕਰ ਰਹੇ ਆ, ਪਰ ਸਤਿਗੁਰਾਂ ਨੇ ਕਮਾਨ ਸਾਂਭਿਆ। ਸਾਧ ਸੰਗਤ ਜੀ, ਆਪ ਹੱਥ ਵਿੱਚ ਕਮਾਨ ਜਿਹੜਾ ਬੜਾ ਪ੍ਰਚੰਡ ਹੈ, ਸਾਧ ਸੰਗਤ ਜੀ ਉਸ ਨੂੰ ਧਾਰਨ ਕੀਤਾ। ਭਇਓ ਤੇਜ ਘੋਰਾ ਜ਼ਰੀ ਜ਼ੀਨ ਬੋਰਾ। ਫਿਰ ਸਤਿਗੁਰਾਂ ਨੇ ਤਿੱਖੇ ਤਿੱਖੇ ਤੀਰ ਆਪ ਸਾਧ ਸੰਗਤ ਜੀ ਜੰਗ ਦੇ ਮੈਦਾਨ ਵਿੱਚ ਛੱਡਣੇ ਸ਼ੁਰੂ ਕੀਤੇ ਐ। ਕਹਿੰਦੇ ਭਇਓ ਤੇਜ ਘੋਰਾ ਜ਼ਰੀ ਦੀਨ ਬੋਰਾ। ਕਹਿੰਦੇ ਐ ਉਹ ਘੋੜਾ ਜਿਹਦੀ ਕਾਠੀ ਸੱਚੀ ਪਈ ਐ, ਮਹਾਰਾਜ ਜੀ ਨੇ ਉਸ ਘੋੜੇ ਨੂੰ ਤੇਜ ਕੀਤਾ। ਖਰੇ ਖਾਨ ਖੂਨੀ ਰਿਸੇ ਪੇਖ ਦੂਨੀ। ਉਧਰ ਪਠਾਨ ਵੀ ਖਲੋਤੇ ਸੀ, ਅਜੇ ਪਏ ਸੀ, ਪਹਾੜੀਏ ਵੀ ਸਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਠਾਣਾ ਨੂੰ ਵੇਖਿਆ ਨਾ, ਨਮਕ ਹਰਾਮੀਆਂ ਨੂੰ, ਦੂਣਾ ਵੀਰ ਰਸ ਸਤਿਗੁਰੂ ਜੀ ਦੇ ਅੰਦਰ ਆਇਆ। ਬੱਜੀ ਬੰਬ ਭੂਰੀ ਸੁਣੀ ਜਾਏ ਦੂਰੀ। ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਨੇ ਘੋੜਾ ਭਜਾਇਆ ਨਾ, ਤੇ ਫਿਰ ਨਗਾਰਾ ਵਜਾਉਣ ਵਾਲੇ ਨੇ ਬਹੁਤ ਉੱਚੀ ਨਗਾਰਾ ਵਜਾਇਆ ਜੀ। ਕਿਉਂ? ਹੁਣ ਸਤਿਗੁਰੂ ਆਪ ਚੱਲੇ ਆ ਤੇ ਰਣਜੀਤ ਨਗਾਰਾ ਵੱਜਿਆ, ਬਹੁਤ ਦੂਰ ਤੱਕ ਜਾ ਕੇ ਆਵਾਜ਼ ਸੁਣੀ ਹੈ। ਉਤੈ ਖਾਨ ਢੂਕੈ ਮੁਖੰ ਮਾਰ ਕੂਕੈ। ਉਧਰੋਂ ਖਾਨ ਵੀ ਵਧੇ, ਮਾਰੋ ਮਾਰੋ ਕੂਕਦੇ ਹਨ। ਗੁਰੂ ਬਾਨ ਲੀਨਾ ਧਰੈ ਐ ਚਕੀਨਾ। ਤੇ ਸਾਧ ਸੰਗਤ ਜੀ, ਸਤਿਗੁਰੂ ਨੇ ਆਪਣੇ ਹੱਥ ਵਿੱਚ ਤੀਰ ਫੜਿਆ, ਧਨੁਖ ਵਿੱਚ ਲਾ ਕੇ ਖਿੱਚਿਆ। ਤਜਿਓ ਬੇਗ ਸੰਗਾ ਲੱਗਿਓ ਖਾਨ ਅੰਗਾ। ਬੜੀ ਕਾਲੀ ਦੇ ਨਾਲ ਸਤਿਗੁਰਾਂ ਨੇ ਤੀਰ ਛੱਡਿਆ, ਜਿਹੜਾ ਪਠਾਣਾ ਦੇ ਸਰੀਰਾਂ ਨੂੰ ਲੱਗਾ। ਗਿਰਿਓ ਜੰਗ ਖੇਤਾ ਨਹੀਂ ਫੇਰ ਚੇਤਾ। ਸਾਧ ਸੰਗਤ, ਏਦਾਂ ਪਠਾਨ ਡਿੱਗ ਗਏ, ਮਾਨੋ ਉਹਨਾਂ ਨੂੰ ਹੁਣ ਚੇਤਾ ਹੀ ਨਹੀਂ ਵੀ ਜੰਗ ਕਰਨੀ ਹੈ ਕਿ ਨਹੀਂ। ਹਾਂਜੀ, ਡਸਿਓ ਨਾਗ ਮਾਨੋ ਕਰੇ ਹਾਨ ਪ੍ਰਾਨੋ। ਕਹਿੰਦੇ ਜਿਵੇਂ ਸੱਪ ਡੰਗ ਮਾਰ ਗਿਆ ਹੋਵੇ ਤੇ ਬੰਦਾ ਮਰਦਾ ਹੈ, ਉਵੇਂ ਮਰ ਰਹੇ ਹਨ। ਦੁਤੀ ਬਾਣ ਲੈ ਕੇ ਗੁਨੰ ਜੋਰ ਕਹਿ ਕੇ। ਦੂਸਰਾ ਬਾਣ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਮਾਨ ਵਿੱਚ ਲਾਇਆ, ਚਿੱਲੇ ਤੇ ਚੜਾਇਆ। ਕਰਿਓ ਤਾਨ ਤਾਨਾ ਲੱਗਿਓ ਖਾਨ ਕਾਨਾ। ਕਹਿਣ ਲੱਗੇ ਐਨ ਖਿੱਚ ਕੇ ਜਦੋਂ ਮਾਰਿਆ, ਇੱਕ ਪਠਾਨ ਦੇ ਕੰਨ ਵਿੱਚ ਤੀਰ ਵੱਜਿਆ। ਸਾਧ ਸੰਗਤ ਜੀ ਜਾ ਕੇ, ਹਾਂਜੀ, ਦੋਹਰਾ ਸਭ ਖਾਨਨ ਸਰਦਾਰ ਬੜ ਨਾਮ ਜੋ ਭੀਖਨ ਖਾਨ। ਤੇ ਸਾਰੇ ਇਹਨਾਂ ਪਠਾਣਾਂ ਦਾ ਵੱਡਾ ਸਰਦਾਰ ਜੇ ਜਿਉਂਦਾ ਸੀਗਾ,
ਜਿਹਦਾ ਨਾਮ ਭੀਖਣ ਖਾਂ ਸੀ। ਨਿਮਕ ਹਰਾਮੀ ਜਾਣ ਕੈ ਮਾਰਿਓ ਤੀਖਨ ਬਾਣ। ਮਹਾਰਾਜ ਨੇ ਫਿਰ ਨਹੀਂ ਬਖਸ਼ਿਆ। ਸੱਚੇ ਪਾਤਸ਼ਾਹ ਨੇ ਨਮਕ ਹਰਾਮੀ ਜਾਣ ਕੇ ਇੱਕ ਤੀਰ ਮਾਰ ਕੇ ਤੁਰੰਤ ਹੀ ਉਹਨੂੰ ਮਾਰ ਦਿੱਤਾ ਜੀ। ਹਾਂਜੀ। ਰਸਾਵਲ ਛੰਦ ਮੁਖੰ ਤਾਕ ਮਾਰਾ ਮਨੋ ਨਾਗ ਕਾਰਾ। ਕਹਿਣ ਲੱਗੇ ਮੂੰਹ ਨੂੰ ਤੱਕ ਕੇ ਸਤਿਗੁਰਾਂ ਨੇ ਤੀਰ ਮਾਰਿਆ ਮਾਨੋ ਕਾਲਾ ਨਾਗ ਗਿਆ ਹੋਵੇ। ਚੱਲਿਓ ਸ਼ੂਕ ਆਗੈ ਰਿਪੂ ਤਰਾਸ ਲਾਗੈ। ਕਹਿਣ ਲੱਗੇ ਉਹ ਸ਼ੂਕਦਾ ਹੋਇਆ ਗਿਆ ਤਾਂ ਵੈਰੀ ਸਾਰੇ ਡਰ ਗਏ। ਨਹੀਂ ਠਾੜ ਹੋਵਾ ਪ੍ਰਭੂ ਭੀਮ ਜੋਵਾ। ਕਹਿਣ ਲੱਗੇ ਭੈ ਖੜਾ ਹੋ ਗਿਆ ਸਾਰਿਆਂ ਦੇ ਅੰਦਰ। ਨਹੀਂ ਠਾਂਡ ਹੋਵਾ, ਕਿਸੇ ਕੋ ਹੁਣ ਖਲੋਤਿਆ ਨਹੀਂ ਜਾਂਦਾ। ਜੰਗ ਦੇ ਮੈਦਾਨ 'ਚ ਸਾਰੇ ਡਰ ਗਏ। ਬਚਿਓ ਆਪ ਭਾਗਿਓ ਤੁਰੰਗੈ ਸੋ ਲਾਗਿਓ। ਸਾਧ ਸੰਗਤ ਜੀ ਕਈ ਤਾਂ ਫਿਰ ਆਪਣੇ ਆਪ ਨੂੰ ਬਚਾ ਕੇ ਭੱਜਣ ਲੱਗੇ। ਉਹਨਾਂ ਦੇ ਘੋੜਿਆਂ ਦੇ ਅੰਦਰ ਤੀਰ ਵੱਜਣ ਲੱਗੇ। ਪਰਿਓ ਪਾਰ ਜਾਈ ਗਿਰਿਓ ਜੰਗ ਥਾਈ। ਮਹਾਰਾਜ ਨੇ ਭੀਖਣ ਖਾਂ ਨੂੰ ਵੀ ਐਂ ਹੀ ਮਾਰਿਆ ਸੀਗਾ। ਪਹਿਲਾਂ ਭੱਜਿਆ, ਉਹਦੇ ਘੋੜੇ ਨੂੰ ਵੱਜਿਆ, ਫਿਰ ਸਾਧ ਸੰਗਤ ਜੀ ਉਹਨੂੰ ਮਹਾਰਾਜ ਨੇ ਮਾਰ ਦਿੱਤਾ। ਮਰਿਓ ਸੋ ਕੇ ਕਾਨਾ ਚੱਲਿਓ ਤਿਆਗ ਖਾਨਾ। ਹਾਂਜੀ। ਗੁਰੂ ਬਾਨ ਆਨਾ ਤਜੈ ਹਾਨ ਖਾਨਾ। ਹਾਂਜੀ। ਨਨਨ ਚੰਦ ਸ਼ਿਪਰੰ ਦਇਆ ਰਾਮ ਬਿਪਰੰ। ਗੁਰੂ ਕੋਪ ਹੇਰਾ ਸੰਗਰਾਮੰ ਬਡੇਰਾ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਤੀਰ ਮਾਰ ਕੇ ਭੀਖਣ ਖਾਂ ਨੂੰ ਜਦੋਂ ਮਾਰਿਆ, ਕਹਿੰਦੇ ਹੋਰ ਵੀ ਜਦੋਂ ਬਾਣ ਮਹਾਰਾਜ ਨੇ ਚਲਾਏ ਕਈ ਖਾਣਾ ਨੂੰ ਮਾਰ ਸੁੱਟਿਆ। ਦੀਵਾਨ ਨੰਦ ਚੰਦ ਤੇ ਦਇਆ ਰਾਮ ਪ੍ਰੋਹਤ ਸਤਿਗੁਰੂ ਜੀ ਵਾਲੇ ਪਾਸੇ ਆਏ ਜੀ। ਕਿਉਂਕਿ ਉਹਨਾਂ ਵੇਖਿਆ ਹੁਣ ਤਾਂ ਸਾਡੇ ਸਤਿਗੁਰੂ ਜੀ ਆਪ ਜੰਗ ਦੇ ਮੈਦਾਨ ਵਿੱਚ ਉਤਰ ਆਏ ਹਨ। ਹਾਂਜੀ। ਪਰੇ ਧਾਏ ਦੋਈ ਹਨੈ ਖਾਨ ਸੋਈ। ਹਾਂਜੀ ਸਾਧ ਸੰਗਤ ਉਹਨਾਂ ਨੇ ਵੀ ਫਿਰ ਖਾਣਾ ਨੂੰ ਪਠਾਣਾ ਨੂੰ ਮਾਰਨਾ ਸ਼ੁਰੂ ਕੀਤਾ। ਕਰਿਓ ਜ਼ੋਰ ਹੱਲਾ ਨਹੀਂ ਜਾਏ ਝੱਲਾ। ਬਹੁਤ ਜ਼ੋਰ ਦਾ ਹੱਲਾ ਕੀਤਾ ਜਿਹੜਾ ਫਿਰ ਹੁਣ ਪਹਾੜੀਆਂ ਤੇ ਖਾਨਾਂ ਤੋਂ ਝੱਲਿਆ ਨਹੀਂ ਜਾਂਦਾ। ਪਰਿਓ ਸ਼ੋਰ ਉੱਚਾ ਸੋ ਦੂਰੇ ਪਹੁੰਚਾ। ਬਸ ਫਿਰ ਇੰਨਾ ਰੌਲਾ ਪੈ ਗਿਆ, ਇੰਨਾ ਰੌਲਾ ਪੈ ਗਿਆ, ਦੂਰ ਦੂਰ ਤੱਕ ਰੌਲਾ ਸੁਣਦਾ ਹੈ। ਟਿਕੇ ਖਾਨ ਨਾਹੀ ਹਿਰਦੇ ਤਰਾਸ ਮਾਹੀ। ਇੰਨੇ ਹੁਣ ਇੱਧਰ ਤੀਰ ਵੀ ਤੇ ਬਾਜਾਂ ਵਾਲੇ ਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਛਣਕਾਰ ਨਿਰਾਲੇ ਤੀਰਾਂ ਦੀ। ਹਾਂਜੀ। ਕਹਿੰਦੇ ਪਠਾਨ ਜਿਹੜੇ ਆ ਉਹ ਭੱਜਣ ਲੱਗ ਪਏ। ਪ੍ਰਹਾਰੇ ਸੋ ਭਾਗੇ ਵੱਡੇ ਘਾਵ ਲਾਗੇ। ਸਾਧ ਸੰਗਤ ਜੀ ਜਿਹੜੇ ਭੱਜ ਰਹੇ ਆ ਡਰੇ ਪਏ ਆ। ਸਾਧ ਸੰਗਤ ਉਹਨਾਂ ਦੇ ਵੀ ਸਰੀਰਾਂ ਨੂੰ ਜ਼ਖਮ ਹੋਏ ਹਨ। ਭਇਓ ਜੰਗ ਭਾਰਾ ਨਾ ਜਾਈ ਸਹਾਰਾ। ਵੱਡਾ ਤੇ ਭਾਰਾ ਜੰਗ ਹੋਇਆ, ਹੁਣ ਇਹਨਾਂ ਕੋ ਸਹਾਰਿਆ ਨਹੀਂ ਸੀ ਜਾਂਦਾ। ਹਜ਼ਾਰਾਂ ਸੋ ਜੋਧਾ ਭਜੇ ਤਿਆਗ ਕ੍ਰੋਧਾ। ਹਜ਼ਾਰਾਂ ਫੌਜਾਂ ਭੀਮ ਵਾਹਿਗੁਰੂ ਹਜ਼ਾਰਾਂ ਫੌਜਾਂ ਪਹਾੜੀ ਰਾਜਿਆਂ ਦੀਆਂ ਪਿੱਛੇ ਨੂੰ ਭੱਜਣ ਨੂੰ ਤਿਆਰ ਹੋ ਗਈਆਂ ਜੀ। ਆਖੋ ਸ੍ਰੀ ਵਾਹਿਗੁਰੂ। ਚਲੋ ਗੁਰਸਿੱਖਾਂ ਨੇ ਜੰਗ ਕੀਤੇ ਪਰ ਹਜ਼ਾਰਾਂ ਫੌਜਾਂ ਭੱਜਣ ਨੂੰ ਤਿਆਰ ਨਹੀਂ ਸੀ ਹੋਈਆਂ। ਇਹ ਤਾਂ ਜਦੋਂ ਮੇਰੇ ਬਾਜਾਂ ਵਾਲੇ ਆਏ ਨਾ ਜੀ ਫਿਰ ਇਹ ਹਜ਼ਾਰਾਂ ਬੰਦੇ ਵਾਪਸ ਬੈਕ ਗੇਰ ਪਿਆ ਜੀ ਇਹਨਾਂ ਦਾ। ਹਾਂਜੀ। ਮਿਲੇ ਭੂਤ ਪ੍ਰੇਤੰ ਭਖੈ ਮਾਸ ਖੇਤੰ। ਸੋ ਇਸ ਤਰੀਕੇ ਨਾਲ ਭੂਤ ਪ੍ਰੇਤ ਭਾਵ ਉਹਨਾਂ ਦੀਆਂ ਰੂਹਾਂ ਤੁਰੀਆਂ ਫਿਰਦੀਆਂ ਨੇ ਉੱਥੇ ਤੇ ਇੱਲਾਂ ਕਾਂ ਇਹ ਆ ਕੇ ਮਾਸ ਖਾਂਦੇ ਹਨ। ਦੋਹਰਾ ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰਝਾਏ। ਹੁਣ ਅੱਗੇ ਗੱਲ ਸੁਣੋ। ਆਖੋ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਵਾਹਿਗੁਰੂ। ਹੋਰ ਗੱਜ ਕੇ ਵਾਹਿਗੁਰੂ। ਕਹਿੰਦੇ ਬਾਬੇ ਜੀਤ ਮੱਲ ਜੀ ਦੇ ਤੀਰ ਨਾਲ ਹਰੀ ਚੰਦ ਰਾਜਾ ਬੇਹੋਸ਼ ਹੋ ਗਿਆ ਸੀਗਾ। ਕੱਲ ਆਪਾਂ ਕਥਾ ਸੁਣੀ ਜੀ ਉਹ। ਹਾਂਜੀ। ਸਨੇ ਸਨੇ ਲਹਿ ਚੇਤਨਾ ਦੇਖੇ ਖਾਨ ਪਰਾਏ। ਹੌਲੀ ਹੌਲੀ ਉਹ ਹੋਸ਼ 'ਚ ਆਇਆ। ਉਹ ਕੀ ਵੇਖਦਾ ਹੈ? ਪਠਾਨ ਭੱਜ ਚੁੱਕੇ ਹਨ। ਕੁਝ ਪਹਾੜੀਆਂ ਦੀਆਂ ਫੌਜਾਂ ਰਹਿ ਗਈਆਂ, ਬਾਕੀ ਫੌਜਾਂ ਵੀ ਭੱਜ ਚੁੱਕੀਆਂ ਹਨ। ਹਾਂਜੀ। ਉਮੜਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ। ਗੁਰੂ ਜੀ ਦਾ ਦਲ ਉਮੜ ਕੇ ਆ ਰਿਹਾ, ਭੱਜਿਆ ਸਾਡੇ ਵੱਲ ਆ ਰਿਹਾ। ਉਹ ਲਗਭਗ ਜਿੱਤ ਚੁੱਕੇ ਹਨ। ਸਹਿ ਨਾ ਸਕਿਓ ਨਿਜਹਾਰ ਕੋ ਘਾਵ ਸੋ ਦ੍ਰਿੜ ਬੰਧਵਾਏ। ਤੇ ਸਾਧ ਸੰਗਤ ਜੀ ਉਹ ਫਿਰ ਇਸ ਹਾਰ ਨੂੰ ਸਹਿਣ ਨਹੀਂ ਕਰ ਸਕਿਆ। ਉਹ ਕਹਿੰਦਾ ਮੇਰਾ ਜ਼ਖਮ ਬੰਨ੍ਹ ਦਿਓ।
ਇੱਕ ਸਿਪਾਹੀ ਨੂੰ ਕਹਿੰਦਾ ਮੇਰਾ ਜ਼ਖਮ ਬੰਨ ਦਿਓ। ਰਸਾਵਲ ਛੰਦ ਹਰੀ ਚੰਦ ਕ੍ਰੋਧਾ, ਹਰੀ ਚੰਦ ਜੋਧਾ, ਉੱਠਿਓ ਫੇਰ ਕ੍ਰੋਧਾ। ਫਿਰ ਜੋਧਾ ਰਾਜਾ ਹਰੀ ਚੰਦ ਸਾਧ ਸੰਗਤ ਜੀ ਉੱਠਿਆ ਹੈ ਬੜੇ ਗੁੱਸੇ ਨਾਲ। ਸੰਭਾਰਿਓ ਕੋ ਦੰਡਾ, ਸਰੰਗ ਸੰਦ ਛੰਡਾ। ਕਹਿੰਦੇ ਉਹਨੇ ਵੀ ਆਪਣਾ ਧਨੁਖ ਸਾਂਭਿਆ, ਤੀਰ ਛੱਡਣੇ ਸ਼ੁਰੂ ਕੀਤੇ। ਪੰਨੰ ਆਨ ਲੀਨੇ, ਤਜੇ ਓਜ ਕੀਨੇ। ਉਹ ਕਹਿੰਦਾ ਮੇਰਾ ਭੱਥਾ ਤੀਰਾਂ ਨਾਲ ਭਰ ਦਿਓ। ਉਹਦਾ ਭੱਥਾ ਭਰ ਦਿੱਤਾ ਗਿਆ ਤੇ ਫਿਰ ਉਹਨੇ ਤੀਰ ਛੱਡਣੇ ਸ਼ੁਰੂ ਕੀਤੇ। ਗੁਰੂ ਬੀਰ ਮਾਰੇ, ਜੋ ਆਗੇ ਪਧਾਰੇ। ਕਿਉਂਕਿ ਹਰੀ ਚੰਦ ਬੜਾ ਯੋਧਾ ਸੀਗਾ ਰਾਜਾ, ਉਹਨੇ ਗੁਰੂ ਜੀ ਦੇ ਸਿੱਖਾਂ ਨੂੰ ਵੀ ਬਹੁਤ ਸਾਰਿਆਂ ਨੂੰ ਸ਼ਹੀਦ ਕੀਤਾ। ਜਿਸੈ ਅੰਗ ਲਾਗੈ, ਤਬੈ ਪ੍ਰਾਨ ਤਿਆਗੈ। ਕਹਿੰਦੇ ਏਡਾ ਖਿੱਚ ਕੇ ਤੀਰ ਮਾਰਦਾ ਸੀ, ਜਿਹਨੂੰ ਤੀਰ ਮਾਰਦਾ ਸੀ ਉਹ ਉਸੇ ਵੇਲੇ ਮਰ ਜਾਂਦਾ ਸੀ, ਪ੍ਰਾਣ ਛੱਡ ਦਿੰਦਾ ਸੀ। ਸੁਰੰਗ ਲੋਕ ਜਾਵੈ, ਬਰੈ ਹੂਰ ਆਵੈ। ਕਹਿਣ ਲੱਗੇ ਉਹ ਫਿਰ ਸਵਰਗ ਨੂੰ ਜਾਂਦੇ, ਉਹਨਾਂ ਨੂੰ ਹੂਰਾਂ ਆ ਕੇ ਵਰਦੀਆਂ। ਤਾਊ ਬੀਰ ਭਾਰੇ, ਮਰੇ ਨਾ ਪਿਸ਼ਾਰੇ। ਫਿਰ ਵੀ ਸਤਿਗੁਰੂ ਜੀ ਦੇ ਬੜੇ ਸੂਰਬੀਰ ਸਨ ਸਾਧ ਸੰਗਤ, ਜਿਹੜੇ ਜੰਗ ਕਰ ਰਹੇ ਸਨ। ਹਲੰ ਹਾਲ ਘਾਲੇ, ਅੱਗੇ ਪਾਏ ਡਾਲੇ। ਪਰ ਸਾਧ ਸੰਗਤ ਇਧਰੋਂ ਹਰੀ ਚੰਦ ਵੀ ਜੰਗ ਵਿੱਚ ਅੱਗੇ ਨੂੰ ਵੱਧ ਰਿਹਾ ਸੀ। ਹਰੀ ਚੰਦ ਹੇਰੇ, ਸੋ ਕੋਪਿਓ ਕਨੇਰੇ। ਗੁਰਸਿੱਖ ਜਦੋਂ ਹਰੀ ਚੰਦ ਰਾਜੇ ਨੂੰ ਵੇਖਦੇ ਆ ਨਾ, ਉਹਨਾਂ ਨੂੰ ਬੜਾ ਗੁੱਸਾ ਚੜਦਾ। ਕਿਉਂ? ਇਹਨੇ ਬਾਬਾ ਜੀਤ ਮੱਲ ਜੀ ਨੂੰ ਮਾਰਿਆ ਹੈ। ਸੰਧੇ ਬਾਨ ਦੋਊ, ਕਰੇ ਓਜ ਸੋਊ। ਸਾਧ ਸੰਗਤ ਉਹ ਦੋ ਦੋ ਤੀਰ ਇਕੱਠੇ ਹੀ ਛੱਡਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਰੀ ਚੰਦ ਰਾਜਾ ਜਿਹੜਾ ਉਹ ਦੋ ਦੋ ਤੀਰ ਇਕੱਠੇ ਛੱਡਦਾ ਹੈ। ਹਤੈ ਏਕ ਬਾਰੀ, ਲੱਗੈ ਹੋਏ ਪਾਰੀ। ਕਹਿਣ ਲੱਗੇ ਇੱਕੋ ਵਾਰੀ ਦੋ ਤੀਰ ਲਾ ਕੇ ਨਾ ਆਪਣੀ ਕਮਾਨ ਚ ਤੇ ਦੋ ਤੀਰ ਛੱਡਦਾ, ਇੱਕੋ ਵਾਰੀ ਦੋ ਦੋ ਬੰਦਿਆਂ ਨੂੰ ਮਾਰਦਾ ਹੈ। ਪਟੰ ਹੈ ਕੇ ਘੋਰਾ, ਪ੍ਰਹਾਰੈ ਸੋ ਜੋਰਾ। ਸੂਰਮਾ ਹੋਵੇ ਜਾਂ ਘੋੜਾ ਹੋਵੇ, ਇੰਨੀ ਜ਼ੋਰ ਦੀ ਤੀਰ ਮਾਰਦਾ ਸੀ ਉਸੇ ਵੇਲੇ, ਭਾਵੇਂ ਸੂਰਮੇ ਨੂੰ ਵੱਜਦਾ ਸੂਰਮਾ ਮਰਦਾ, ਘੋੜੇ ਨੂੰ ਵੱਜਦਾ ਘੋੜਾ ਮਰ ਜਾਂਦਾ। ਤਨੰ ਫੋਰ ਦੇਤਾ, ਗਿਰੇ ਜੰਗ ਖੇਤਾ। ਹਾਂਜੀ। ਉੱਠੈ ਪੈ ਨਾ ਸੋਈ, ਮਹਾ ਨੀਂਦ ਸੋਈ। ਜਿਹਨੂੰ ਹਰੀ ਚੰਦ ਰਾਜੇ ਦਾ ਤੀਰ ਵੱਜਦਾ ਉਹ ਸਦਾ ਦੀ ਨੀਂਦ ਸੌਂ ਜਾਂਦਾ ਸੀਗਾ ਜੀ। ਐਡਾ ਵੱਡਾ ਯੋਧਾ ਸੀਗਾ ਹਰੀ ਚੰਦ ਰਾਜਾ। ਗੁਰੂ ਹੇਰ ਤਾਂਕੋ, ਵੱਡੋ ਵੀਰ ਵਾਹ ਬਾਂਕੋ। ਵਾਹ। ਹੁਣ ਆਖੋ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹੁਣ ਮਹਾਰਾਜ ਦਾ ਤੇ ਹਰੀ ਚੰਦ ਦਾ ਯੁੱਧ ਹੋਏਗਾ ਸਾਧ ਸੰਗਤ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਹਰੀ ਚੰਦ ਰਾਜੇ ਦਾ ਯੁੱਧ ਹੋਏਗਾ ਜੀ। ਭਾਈ ਸਾਹਿਬ ਲਿਖਦੇ, ਕਹਿੰਦੇ ਗੁਰੂ ਹੇਰ ਤਾਂਕੋ, ਵੱਡੋ ਵੀਰ ਬਾਂਕੋ। ਮਹਾਰਾਜ ਨੇ ਵੇਖਿਆ ਹਰੀ ਚੰਦ ਬੜਾ ਯੋਧਾ ਹੈ। ਗਏ ਤਾਹੇ ਆਗੇ, ਜਿਸੇ ਕੋਪ ਜਾਗੇ। ਉਧਰ ਹਰੀ ਚੰਦ ਵੀ ਬੜੇ ਗੁੱਸੇ ਵਿੱਚ ਸੀ। ਸਤਿਗੁਰੂ ਹੁਣ ਉਸ ਵੱਲ ਹੋਏ ਹਨ। ਹਰੀ ਚੰਦ ਦੇਖੈ, ਪ੍ਰਭੂ ਜੀ ਪਰੇਖੈ। ਹਰੀ ਚੰਦ ਅੱਗੇ ਹੋਇਆ, ਉਹਨੇ ਵੇਖਿਆ ਮੇਰੇ ਸਾਹਮਣੇ ਕੌਣ ਆ ਰਿਹਾ, ਬੜੀ ਉੱਚੀ ਪ੍ਰਭਾ ਹੈ। ਉਹਨੇ ਫਿਰ ਸਤਿਗੁਰਾਂ ਨੂੰ ਪਛਾਣ ਲਿਆ ਜੀ, ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਹਨ। ਤਬੈ ਤਾਨ ਬਾਨੰ, ਬਲੀ ਵੀਰ ਜਵਾਨ। ਕਹਿਣ ਲੱਗੇ ਉਸੇ ਵੇਲੇ ਵੱਡੇ ਬਲੀ ਜਵਾਨ ਨੇ ਆਪਣੇ ਧਨੁਸ਼ ਵਿੱਚ ਤੀਰ ਲਾਇਆ। ਗੁਰੂ ਔਰ ਮਾਰਾ, ਮਨੋ ਆਏ ਮਾਰਾ। ਐਨੀ ਖਿੱਚ ਕੇ ਉਹਨੇ ਸਤਿਗੁਰਾਂ ਵੱਲ ਤੀਰ ਮਾਰਿਆ ਕਿ ਮਾਨੋ ਉਸ ਤੀਰ ਨੇ ਕਿਸੇ ਨਾ ਕਿਸੇ ਦੀ ਜਾਨ ਲੈ ਲੈਣੀ ਸੀਗੀ ਜੀ। ਹਾਂਜੀ। ਗਇਓ ਹੱਥ ਠਾਗਾ, ਹਯੰ ਅੰਗ ਲਾਗਾ। ਕਹਿਣ ਲੱਗੇ ਜਦੋਂ ਉਹ ਮਹਾਰਾਜ ਨੂੰ ਤੀਰ ਮਾਰਨ ਲੱਗਾ ਨਾ, ਆਖੋ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਉਹਦਾ ਹੱਥ ਪਤਾ ਨਹੀਂ ਕੀ ਗੱਲ ਹੋਈ, ਅੱਗੇ ਤੇ ਕਦੀ ਘੋੜੇ ਦੇ ਹਿੱਲਣ ਨਾਲ ਵੀ ਉਹਦਾ ਹੱਥ ਨਹੀਂ ਸੀ ਹਿੱਲਿਆ। ਅੱਜ ਉਹਦਾ ਘੋੜਾ ਹਿੱਲਿਆ, ਉਹਦਾ ਹੱਥ ਹਿੱਲ ਗਿਆ ਸਾਧ ਸੰਗਤ ਜੀ। ਪਰ ਤੀਰ ਬੜੀ ਜ਼ੋਰ ਨਾਲ ਅੱਗੇ ਗਿਆ। ਕਸ਼ੂ ਘਾਵ ਥੋਰਾ, ਪ੍ਰਭੂ ਕੇਰ ਘੋਰਾ। ਮਾਰਿਆ ਤਾਂ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੀਰ ਸੀ, ਪਰ ਸਾਧ ਸੰਗਤ ਜੀ ਉਹ ਤੀਰ ਸਤਿਗੁਰਾਂ ਦੇ ਘੋੜੇ ਨੂੰ ਜਾ ਵੱਜਾ ਜੀ। ਪਰ ਮਹਾਰਾਜ ਦਾ ਘੋੜਾ ਥੋੜਾ ਹੀ ਜ਼ਖਮੀ ਹੋਇਆ, ਬਹੁਤਾ ਨਹੀਂ ਜ਼ਖਮੀ ਹੋਇਆ। ਅੱਗੇ ਤਾਂ ਤੀਰ ਮਾਰਦਾ ਸੀ, ਤੁਸੀਂ ਹੁਣੇ ਸੁਣਿਆ ਨਾ, ਭਾਵੇਂ ਘੋੜਾ ਹੁੰਦਾ ਸੀ ਤੇ ਭਾਵੇਂ ਬੰਦਾ, ਜਿਹਨੂੰ ਤੀਰ ਵੱਜਦਾ ਸੀ ਉਹ ਮਰਦਾ ਹੀ ਮਰਦਾ ਸੀ। ਇਹ ਵੀ ਵਿੱਦਿਆ ਹੁੰਦੀ ਹੈ ਸਾਧ ਸੰਗਤ। ਆਖੋ ਵਾਹਿਗੁਰੂ ਵਾਹਿਗੁਰੂ। ਸ਼ਸਤਰਾਂ ਦਾ ਅਭਿਆਸ ਹੁੰਦਾ।
ਡਾਂਗ ਦੇ ਉੱਤੇ ਹੀ ਕੋਈ ਸ਼ਸਤਰ ਦਾ ਕਿਸੇ ਜਾਪ ਦਾ ਅਭਿਆਸ ਕਰ ਲਓ ਨਾ, ਡਾਂਗ ਹੀ ਬੰਦੇ ਨੂੰ ਮਾਰ ਦਿੰਦੀ ਜੀ। ਉਹਨੇ ਸ਼ਸਤਰਾਂ ਦਾ, ਤੀਰਾਂ ਦਾ ਅਭਿਆਸ ਇਹੋ ਜਿਹਾ ਕੀਤਾ ਸੀ। ਪਹਿਲੀ ਵਾਰੀ ਹੋਇਆ ਉਹਦੇ ਤੀਰ ਦੇ ਨਾਲ ਸਾਧ ਸੰਗਤ ਜੀ ਕੋਈ ਨਹੀਂ ਮਰਿਆ, ਘੋੜਾ ਵੀ ਨਹੀਂ ਮਰਿਆ ਜੀ। ਵੇਖ ਲਓ ਬਾਬਾ ਜੀਤ ਮੱਲ ਜੀ ਸ਼ਹੀਦ ਹੋ ਗਏ ਜੀ। ਮਹਾਰਾਜ ਦੇ ਘੋੜੇ ਨੂੰ ਜ਼ਖਮ ਹੋ ਗਿਆ। ਤਿਮੰਗ ਬੇਗ ਧਾਰੇ ਸੋ ਪੀਰਾ ਸਹਾਰੇ। ਕਹਿੰਦੇ ਮਹਾਰਾਜ ਦਾ ਘੋੜਾ ਪੀੜ ਸਹਾਰ ਗਿਆ, ਪਰ ਰੁਕਿਆ ਨਹੀਂ, ਅੱਗੇ ਵੱਧਦਾ ਰਿਹਾ। ਰਿਸਿਓ ਸੈਲ ਰਾਜਾ ਸਰਿਓ ਨਾਹੇ ਕਾਜਾ। ਹਰੀ ਚੰਦ ਹੈਰਾਨ ਹੋ ਗਿਆ। ਉਹ ਕਹਿੰਦਾ ਉਹ ਮੇਰਾ ਤੀਰ ਨਹੀਂ ਚੱਲਿਆ, ਮੇਰੇ ਤੀਰ ਨਾਲ ਗੱਲ ਨਹੀਂ ਬਣੀ। ਲਇਓ ਬਾਨ ਆਨਾ ਸੋ ਚਾਂਪੰਗ ਸੰਧਾਨਾ। ਇੱਕ ਵੱਡਾ ਚੌੜਾ ਤਿੱਖਾ ਤੀਰ ਕੱਢਿਆ। ਹਾਂਜੀ, ਗੁਰੂ ਬੀਰ ਭਾਰੀ ਨਿਹਾਰੇ ਅਗਾਰੀ। ਤੇ ਸਾਧ ਸੰਗਤ ਉਹਨੇ ਆਪਣੇ ਧਨੁਸ਼ ਵਿੱਚ ਲਾਇਆ। ਵੱਡੇ ਯੋਧੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਹਮਣੇ ਦੇਖਿਆ ਹੈ। ਬਨਾਏ ਨਿਸ਼ਾਨਾ ਤਜਿਓ ਤੀਖ ਬਾਨਾ। ਕਹਿਣ ਲੱਗੇ ਸਤਿਗੁਰਾਂ ਵੱਲ ਨਿਸ਼ਾਨਾ ਬੰਨ ਕੇ ਨਾ ਇਹਨੇ ਫਿਰ ਤੀਰ ਛੱਡਿਆ ਹੈ। ਗਇਓ ਹੱਥ ਹਾਲੀ ਭਇਓ ਵਾਰ ਖਾਲੀ। ਪਰ ਫਿਰ ਦੂਜੀ ਵਾਰੀ ਵੀ ਸਾਧ ਸੰਗਤ ਜੀ ਇਹਦਾ ਹੱਥ ਹਿੱਲ ਗਿਆ ਤੇ ਜਿਹੜਾ ਤੀਰ ਮਾਰਿਆ ਸੀ ਉਹ ਖਾਲੀ ਚਲੇ ਗਿਆ ਜੀ। ਹਾਂਜੀ, ਛੁਹਿਓ ਸ਼੍ਰੋਣ ਸੰਗਾ ਪਰਿਓ ਸੋ ਖਤੰਗਾ। ਕਹਿੰਦੇ ਸਤਿਗੁਰਾਂ ਦੇ ਕੰਨ ਦੇ ਲਾਗੋਂ ਤੀਰ ਲੰਘ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੰਨ ਲਾਗੋਂ ਤੀਰ ਲੰਘ ਕੇ ਤੀਰ ਮੁਰ ਧਰਤੀ ਵਿੱਚ ਗੱਡਿਆ ਗਿਆ ਜੀ। ਬੜੇ ਤੀਰਾਂ ਦਾ ਅਭਿਆਸ ਸੀ ਇਹਦਾ, ਤੇ ਤੀਰ ਕਦੀ ਖਾਲੀ ਨਹੀਂ ਸੀ ਗਿਆ। ਦੂਜਾ ਤੀਰ ਵੀ ਖਾਲੀ ਚਲੇ ਗਿਆ। ਕਸ਼ੂ ਘਾਵ ਹੋਵਾ ਲਹੂ ਬ੍ਰਿੰਦ ਜੋਵਾ। ਪਰ ਹਾਂ, ਥੋੜਾ ਜਿਹਾ ਮਹਾਰਾਜ ਦੇ ਕੰਨ ਨੂੰ ਜ਼ਖਮ ਕਰ ਗਿਆ ਜੀ। ਕਹਿੰਦੇ ਮਹਾਰਾਜ ਜੀ ਦੇ ਪਾਵਨ ਸਰੀਰ ਵਿੱਚੋਂ ਖੂਨ ਵੀ ਨਿਕਲਿਆ ਜੀ। ਕਿੱਡਾ ਯੋਧਾ ਹੋਏਗਾ ਹਰੀਚੰਦ, ਜਿਨੇ ਸਾਡੇ ਸਤਿਗੁਰੂ, ਵੱਡੇ ਸਤਿਗੁਰੂ, ਗਰੀਬ ਨਵਾਜ ਸਤਿਗੁਰੂ ਜੀ ਮਹਾਰਾਜ ਜੀ ਦੇ ਕੰਨ ਲਾਗੋਂ ਤੀਰ ਲੰਘਿਆ ਉਹਦਾ ਤੇ ਜ਼ਖਮ ਹੋ ਗਿਆ ਜੀ। ਹਾਂਜੀ, ਭਾਵ ਖੂਨ ਨਿਕਲਿਆ। ਹਰੀ ਚੰਦ ਹੇਰੇ ਬਿਸਮਿਓ ਕਨੇਰੇ। ਹਰੀ ਚੰਦ ਹੋਰ ਹੈਰਾਨ ਹੋ ਗਿਆ, ਉਹ ਮੇਰਾ ਦੂਜਾ ਤੀਰ ਵੀ ਖਾਲੀ ਚਲੇ ਗਿਆ। ਹਾਂਜੀ, ਲੱਗੈ ਤੀਰ ਨਾਹੀ ਭਇਓ ਮੋਹੰ ਹਾਕੀ। ਉਹ ਆਪਣੇ ਆਪ ਨੂੰ ਕਹਿੰਦਾ ਭਇਓ ਮੋਹੇ ਕਾਹੀ। ਕਹਿੰਦਾ ਮੈਨੂੰ ਕੀ ਹੋ ਗਿਆ, ਮੇਰਾ ਤੀਰ ਹੀ ਨਹੀਂ ਵੱਜ ਰਿਹਾ ਗੁਰੂ ਨੂੰ। ਹਾਂਜੀ, ਤੁਰੰਗੇ ਨਾ ਮਾਰਾ ਨਾ ਸ਼ਤਰੂ ਸੰਘਾਰਾ। ਹੱਦ ਹੋ ਗਈ, ਨਾ ਮੇਰੇ ਤੀਰ ਨੇ ਘੋੜਾ ਹੀ ਮਾਰਿਆ, ਨਾ ਗੁਰੂ ਜੀ ਨੂੰ ਹੀ ਮਾਰਿਆ। ਹਾਂਜੀ, ਜੋ ਵਿਦਿਆ ਕਮਾਈ ਨਹੀਂ ਕਾਮ ਆਈ। ਬੜੇ ਹੀ ਸਾਧ ਸੰਗਤ ਸ਼ਸਤਰ ਵਿਦਿਆ ਦਾ ਅਭਿਆਸ ਵੀ ਕੀਤਾ, ਬੜੇ ਜਾਪ ਦਾ ਅਭਿਆਸ ਕੀਤਾ ਸੀ। ਕਿਉਂਕਿ ਇਹ ਅਭਿਆਸ ਹੁੰਦਾ ਨਾਲੇ ਸ਼ਸਤਰ ਚਲਾਉਣ ਦਾ, ਨਾਲੇ ਸ਼ਸਤਰਾਂ ਦੇ ਵੀ ਮੰਤਰ ਹੁੰਦੇ ਆ, ਉਹ ਮੰਤਰਾਂ ਦਾ ਵੀ ਅਭਿਆਸ ਕੀਤਾ। ਪਰ ਸਾਧ ਸੰਗਤ ਹਰੀ ਚੰਦ ਕਹਿੰਦਾ ਮੇਰੀ ਵਿਦਿਆ ਕਮਾਈ ਹੋਈ ਅੱਜ ਖਾਲੀ ਚਲੇ ਗਈ ਹੈ। ਉਹ ਤੀਰ ਹੀ ਨਹੀਂ ਵੱਜਣ ਦਿਆ, ਨਾ ਘੋੜੇ ਨੂੰ ਹੀ ਤੀਰ ਵੱਜ ਜੇ, ਘੋੜੇ ਨੂੰ ਵੀ ਨਹੀਂ ਵੱਜ ਰਿਹਾ। ਹਾਂਜੀ, ਗੁਰੂ ਸਾਵਧਾਨਾ ਅਡੋਲੰ ਨਿਸ਼ਾਨਾ। ਵੀ ਮਹਾਰਾਜ ਸਾਵਧਾਨ ਹਨ ਤਾਂ ਵੀ ਨਹੀਂ ਮੇਰਾ ਨਿਸ਼ਾਨਾ ਲੱਗ ਰਿਹਾ। ਹਾਂਜੀ, ਤਉ ਮੈਂ ਨਹਾਨਾ ਰਹਿਓ ਧਾਰ ਪ੍ਰਾਨਾ। ਉਹ ਕਹਿੰਦਾ ਮੈਨੂੰ ਕੀ ਹੋ ਗਿਆ, ਮੇਰਾ ਨਿਸ਼ਾਨਾ ਖਾਲੀ ਕਿਉਂ ਜਾਂਦਾ ਹੈ। ਵਿਚਾਰੈ ਉਦਾਰਾ ਮਨੋ ਜੁਧ ਹਾਰਾ। ਵਾਹ ਵਾਹ, ਆਖੋ ਵਾਹਿਗੁਰੂ ਵਾਹਿਗੁਰੂ। ਦੂਜਾ ਤੀਰ ਮਾਰਨ ਤੋਂ ਬਾਅਦ ਉਹਨੇ ਵਿਚਾਰ ਕਰ ਲਈ ਸੀ ਵੀ ਸਮਝੋ ਅਸੀਂ ਯੁੱਧ ਹਾਰ ਗਏ ਹਾਂ। ਜੇ ਮੇਰੀ ਵਿਦਿਆ ਕੰਮ ਨਹੀਂ ਨਾ ਆ ਰਹੀ, ਸਮਝੋ ਯੁੱਧ ਹਾਰ ਗਏ ਹਾਂ। ਪੁੰਨੰ ਦੇਖ ਨੈਣਾ ਲਇਓ ਬਾਨ ਪੈਨਾ। ਪਰ ਸਾਧ ਸੰਗਤ ਜੀ ਨੇ ਤੀਜੀ ਵਾਰੀ ਫਿਰ ਮਹਾਰਾਜ ਨੂੰ ਸਾਹਮਣੇ ਵੇਖ ਕੇ ਤੀਜੀ ਵਾਰੀ ਤੀਰ ਲਿਆ। ਤੱਕਿਓ ਬੀਚ ਛਾਤੀ ਲੱਗੇ ਪ੍ਰਾਨ ਘਾਤੀ। ਹੁਣ ਇਹਨੇ ਸੋਚਿਆ ਵੀ ਮੈਂ ਮਹਾਰਾਜ ਜੀ ਦੀ ਛਾਤੀ ਨੂੰ ਨਿਸ਼ਾਨਾ ਲਾਉਣਾ ਹੈ, ਛਾਤੀ ਨੂੰ ਨਿਸ਼ਾਨਾ ਲਾਉਣਾ। ਬੜਾ ਤਿੱਖਾ ਤੀਰ ਲਿਆ। ਕਰੇ ਓਜ ਫੋਰਾ ਕਰੇ ਓਜ ਸ਼ੋਰਾ ਚੱਲਿਓ ਸ਼ੂਕ ਘੋਰਾ। ਤੇ ਸਾਧ ਸੰਗਤ ਬੜੇ ਜ਼ੋਰ ਨਾਲ ਉਹਨੇ ਫਿਰ ਤੀਰ ਸਤਿਗੁਰਾਂ ਦੀ ਛਾਤੀ ਵੱਲ ਨੂੰ ਮਾਰਿਆ ਜੀ। ਕਹਿੰਦੇ ਕਰੇ ਓਜ ਛੋਰਾ, ਬੜੇ ਜ਼ੋਰ ਨਾਲ ਛੱਡਿਆ, ਚੱਲਿਓ ਸ਼ੂਕ ਘੋਰਾ। ਉਹ ਬਾਣਾ ਘੋਰ ਸ਼ੂਕ ਦਾ ਹੋਇਆ ਅੱਗੇ ਨੂੰ ਗਿਆ। ਹੁਤੀ ਬੰਦ ਪੇਟੀ ਚਹੋਂ ਓਰੇ ਲਪੇਟੀ। ਮਹਾਰਾਜ ਨੇ ਨਾ ਪੇਟੀ ਬੰਨੀ ਸੀਗੀ ਸਾਧ ਸੰਗਤ ਜੀ।
ਕਮਾਉਣ ਵਾਸਤੇ ਨਾ। ਹਾਂਜੀ। ਸਰੰਗ ਅੰਗ ਘਾਤੀ ਲੱਗਿਓ ਵਿੱਚ ਛਾਤੀ। ਤੇ ਸਾਧ ਸੰਗਤ ਜੀ ਹਰੀ ਚੰਦ ਦਾ ਤੀਰ ਗਿਆ ਤਾਂ ਮਹਾਰਾਜ ਦੀ ਛਾਤੀ ਵੱਲ ਹੀ। ਹਾਂਜੀ। ਤਹਾਂ ਦਵਾਲ ਭਾਥਾ ਸੋ ਪੇਟੀ ਕੇ ਸਾਥਾ। ਪਰ ਉੱਥੇ ਚਮੜੇ ਦਾ ਜਿਹੜਾ ਭੱਥਾ ਸੀਗਾ, ਉਹਦੀ ਪੇਟੀ ਜਿਹੜੀ ਸੀ ਉਹ ਵੀ ਚਮੜੇ ਦੀ ਸੀਗੀ। ਗਇਓ ਬੇਦ ਦੋਊ ਚੁਬਿਓ ਚਰਮ ਸੋਊ। ਸਾਧ ਸੰਗਤ ਜੀ ਉਸ ਪੇਟੀ ਵਿੱਚ ਤੀਰ ਵੱਜਾ, ਪਰ ਸਾਧ ਸੰਗਤ ਪੇਟੀ ਨੂੰ ਪਾਰ ਕਰਕੇ ਸਤਿਗੁਰਾਂ ਦੇ ਸਰੀਰ ਨੂੰ ਥੋੜਾ ਜਿਹਾ ਚੁੱਭ ਗਿਆ ਤੀਰ ਜਾ ਕੇ। ਕਿੱਡਾ ਯੋਧਾ ਹੋਏਗਾ ਜੀ। ਹਾਂਜੀ। ਗੁਰੂ ਕਾਢ ਗੇਰਾ ਕਹਿਓ ਤਾਹੇ ਬੇਰਾ। ਮਹਾਰਾਜ ਨੇ ਫਿਰ ਉਹ ਨਾ ਤੀਰ ਆਪ ਹੀ ਕੱਢ ਲਿਆ ਜੀ। ਤੀਰ ਕੱਢ ਕੇ ਬਚਨ ਕੀਤਾ, ਦੋਹਰਾ ਸਾਧ ਸਾਧ ਬਲ ਤੋਹੇ ਕਉ ਜਿਸ ਪਰ ਧਰਤ ਗੁਮਾਨ। ਤੇ ਸਤਿਗੁਰੂ ਨਾ ਜੰਗ ਦੇ ਮੈਦਾਨ 'ਚ ਹਰੀ ਚੰਦ ਸਾਹਮਣੇ ਆ। ਮਹਾਰਾਜ ਕਹਿੰਦੇ ਹਰੀ ਚੰਦ ਤੈਨੂੰ ਸ਼ਾਬਾਸ਼ ਹੈ, ਤੈਨੂੰ ਸ਼ਾਬਾਸ਼ ਹੈ ਭਾਈ, ਤੂੰ ਬੜੀ ਵਿੱਦਿਆ ਕਮਾਈ ਹੈ, ਤੈਨੂੰ ਵਿੱਦਿਆ ਤੇ ਬੜਾ ਮਾਣ ਹੈ। ਵਿਦਿਆ ਸਿੱਖੀ ਇਤ ਕਹੀ ਕਹਾਂ ਓਜ ਤਜਬਾਨ। ਮਹਾਰਾਜ ਕਹਿਣ ਲੱਗੇ ਵਿੱਦਿਆ ਤੂੰ ਬੜੀ ਸਿੱਖੀ ਹੈ, ਵਿੱਦਿਆ ਤੇਰੇ ਕੋਲ ਬੜੀ ਹੈ, ਪਰ ਪਤਾ ਨਹੀਂ ਅੱਜ ਤੇਰੇ ਤੀਰਾਂ ਨੂੰ ਕੀ ਹੋ ਗਿਆ ਹੈ। ਆਖੋ ਵਾਹਿਗੁਰੂ। ਅੱਜ ਤੇਰੇ ਤੀਰਾਂ ਨੂੰ ਕੀ ਹੋ ਗਿਆ। ਕਹਿਣ ਲੱਗੇ ਤੇਰੇ ਤੀਰ ਕੰਮ ਹੀ ਨਹੀਂ ਕਰ ਰਹੇ। ਵਿੱਦਿਆ ਬੰਦੇ ਬਹਾਦਰ ਨੇ ਥੋੜੀ ਸਿੱਖੀ ਸੀਗੀ, ਉਹਦੀ ਵਿੱਦਿਆ ਇੰਨੀ ਸੀਗੀ, ਬੰਦਾ ਮੰਜੇ ਤੇ ਬਿਠਾਉਂਦਾ ਸੀਗਾ ਤੇ ਸਾਧ ਸੰਗਤ ਜੀ ਮੰਜਾ ਉੱਡ ਜਾਂਦਾ ਸੀ ਹਵਾ ਵਿੱਚ ਤੇ ਪੁੱਠਾ ਹੋ ਜਾਂਦਾ ਸੀ ਤੇ ਬੰਦਾ ਥੱਲੇ ਡਿੱਗਦਾ ਸੀਗਾ ਜੀ। ਬੜਾ ਵਿੱਦਿਆ ਤੰਤਰ ਮੰਤਰ ਦਾ ਜ਼ੋਰ ਲਾਇਆ, ਪਰ ਜਦੋਂ ਮੰਜੇ ਉੱਤੇ ਸਤਿਗੁਰੂ ਜੀ ਆ ਕੇ ਬੈਠੇ ਨਾ, ਉੱਡਣਾ ਤੇ ਦੂਰ ਮੰਜਾ ਹਿੱਲ ਵੀ ਨਹੀਂ ਸੀ ਸਕਿਆ ਜੀ। ਵਿੱਦਿਆ ਕੰਮ ਨਹੀਂ ਆਈ, ਤੰਤਰ ਮੰਤਰ ਜੰਤਰ ਸ਼ਕਤੀ ਕੰਮ ਨਹੀਂ ਸੀ ਆਈ। ਮਹਾਰਾਜ ਕਹਿਣ ਲੱਗੇ ਹਰੀ ਚੰਦ ਉਹ ਤੇਰੇ ਬਾਣਾ ਨੂੰ ਕੀ ਹੋ ਗਿਆ। ਹਾਂਜੀ। ਸ਼ਤਰੂ ਹਤਨ ਕੋ ਹਿਤ ਰਹਿਓ ਕਾਵ ਤਨਕ ਨਹਿ ਪਾਏ। ਮਹਾਰਾਜ ਕਹਿਣ ਲੱਗੇ ਵੈਰੀ ਨੂੰ ਮਾਰਨਾ ਕੀ ਹੈ, ਤੇਰੇ ਤੇ ਜਿਹੜੇ ਬਾਣ ਨੇ ਤੀਰ ਨੇ ਉਹ ਅੱਜ ਜ਼ਖਮ ਵੀ ਨਹੀਂ ਕਰ ਰਹੇ ਕਿਸੇ ਨੂੰ। ਹਾਂ। ਕਹਾਂ ਕਰਹਿ ਵਿਸ਼ਵਾਸ ਕੋ ਲਿਉ ਵਿਜੈ ਘਰ ਆਏ। ਮਹਾਰਾਜ ਕਹਿਣ ਲੱਗੇ ਦੱਸ ਤੇਰੇ ਵਰਗੇ ਉੱਤੇ ਕੌਣ ਭਰੋਸਾ ਕਰੇਗਾ ਵੀ ਤੂੰ ਜਿੱਤ ਕੇ ਘਰ ਜਾਵੇਂਗਾ। ਤੇਰੇ ਤਾਂ ਤੀਰ ਹੀ ਨਹੀਂ ਕੰਮ ਕਰ ਰਹੇ, ਤੂੰ ਜਿੱਤ ਕੇ ਘਰ ਕਿਵੇਂ ਜਾਵੇਂਗਾ। 3 ਵਾਰ ਤੈਂ ਕਰ ਚੁੱਕਿਓ ਅਬ ਦੇਹੋ ਮੇਰੋ ਵਾਰ। ਮਹਾਰਾਜ ਕਹਿਣ ਲੱਗੇ ਤੂੰ 3 ਵਾਰ ਸਾਡੇ ਉੱਤੇ ਵਾਰ ਕੀਤਾ, ਹੁਣ ਸਾਡਾ ਵਾਰ ਜਿਹੜਾ ਸਾਨੂੰ ਵੀ ਚਾਹੀਦਾ ਵਾਰ ਕਰਨਾ। ਦੇਖੋ ਵਿਦਿਆ ਧਨੁਖ ਕੀ ਜਿਮ ਭਟ ਕਰ ਹੈ ਉਚਾਰ। ਜਿਵੇਂ ਸੂਰਮੇ ਧਨੁਸ਼ ਵਿਦਿਆ ਦੱਸਦੇ ਆ ਨਾ ਵੀ ਇੰਜ ਦੀ ਹੁੰਦੀ ਹੈ ਧਨੁਸ਼ ਵਿਦਿਆ, ਇੰਜ ਚਲਾਈਦੇ ਆ ਤੀਰ। ਮਹਾਰਾਜ ਕਹਿਣ ਲੱਗੇ ਹੁਣ ਤੈਨੂੰ ਉਹ ਵਿਦਿਆ ਅਸੀਂ ਵਿਖਾਉਂਦੇ ਆ। ਕਹਿਣ ਲੱਗੇ ਤੇਰੀ ਤਾਂ ਵਿਦਿਆ ਹੀ ਨਹੀਂ ਨਾ ਕੰਮ ਕਰ ਰਹੀ, ਹੁਣ ਤੈਨੂੰ ਵਿਦਿਆ ਦਿਖਾਉਂਦੇ ਹਾਂ। ਲੱਗਿਓ ਬਾਣ ਕਾਢਿਓ ਜਬ ਨਿਕਸੀ ਸ਼੍ਰੋਣਤ ਬੁੰਦ। ਕਹਿਣ ਲੱਗੇ ਜਦੋਂ ਮਹਾਰਾਜ ਨੇ ਉਹ ਪੇਟੀ 'ਚ ਲੱਗਾ ਤੀਰ ਕੱਢਿਆ ਨਾ ਖਿੱਚ ਕੇ ਬਾਹਰ, ਤਾਂ ਸਾਧ ਸੰਗਤ ਜੀ ਖੂਨ ਦੀਆਂ ਬੂੰਦਾਂ ਵੀ ਨਾਲ ਨਿਕਲੀਆਂ ਸਨ। ਉਹ ਖੂਨ ਕਿਹਦਾ ਸੀਗਾ? ਧੰਨ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਹਾਂਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਰਖੇ ਹਿਰਦੈ ਬਿਲੰਦ। ਤੇ ਸਾਧ ਸੰਗਤ ਤੋਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗੀਆਂ। ਭੰਗਾਣੀ ਦੀ ਧਰਤੀ ਉਹ ਧਰਤੀ ਆ ਜਿੱਥੇ ਸਤਿਗੁਰਾਂ ਦੇ ਵੀ ਖੂਨ ਦੀ ਬੂੰਦ ਡਿੱਗੀ ਹੈ। ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਰਖੈ ਹਿਰਦੈ ਬਿਲੰਦ। ਬਿਲੰਦ ਕਹਿੰਦੇ ਬਹੁਤ ਜ਼ਿਆਦਾ। ਕਹਿੰਦੇ ਮਹਾਰਾਜ ਬੜੇ ਹੀ ਖੁਸ਼ ਹੋਏ ਹਨ ਖੂਨ ਦੀਆਂ ਬੂੰਦਾਂ ਨੂੰ ਦੇਖ ਕੇ। ਛਤਰੀ ਧਰਮ ਕੋ ਧਾਰ ਕੈ ਭੈ ਨਾ ਕਰਹਿ ਬਰ ਬੀਰ। ਕਿਉਂਕਿ ਇਹ ਛਤਰੀ ਦਾ ਖੱਤਰੀ ਦਾ ਧਰਮ ਹੈ, ਉਹ ਡਰ ਨਾ ਰੱਖੇ। ਪੁੰਨ ਰਿਪ ਸਨਮੁਖ ਦੇਖ ਕੈ ਖਰੇ ਖੇਤ ਧਰ ਧੀਰ। ਛਤਰੀ ਦਾ ਧਰਮ ਕੀ ਹੈ, ਸੂਰਮੇ ਦਾ ਧਰਮ ਕੀ ਹੈ ਕਿ ਉਹ ਜੰਗ ਦੇ ਮੈਦਾਨ 'ਚ ਖਲੋਵੇ, ਡਰੇ ਨਾ, ਵੈਰੀ ਦੇ ਸਾਹਮਣੇ ਛਾਤੀ ਡਾਹ ਕੇ ਖਲੋਵੇ ਅੱਗੋਂ।
ਰਣ ਖੇਤ ਵਿੱਚ ਖੜਾ ਰਹੇ। ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਇਹ ਛਤਰੀਆਂ ਦਾ ਧਰਮ ਹੈ ਸਾਧ ਸੰਗਤ, ਸੂਰਮਿਆਂ ਦਾ ਧਰਮ ਹੈ। ਸੂਰਾ ਸੋ ਪਹਿਚਾਨੀਐ। ਹਾਂਜੀ। ਰਸਾਵਲ ਛੰਦ ਜਬੈ ਬਨ ਲਾਗਿਓ, ਪਿਖੈ ਕੋਪ ਜਾਗਿਓ। ਤੇ ਜਦੋਂ ਬਾਣ ਲੱਗਾ ਫਿਰ ਅਸਲੀ ਵੀਰ ਰਸ ਜਾਗਿਆ ਮਹਾਰਾਜ ਤੇ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਨਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਹਾਂਜੀ। ਲਇਓ ਚਾਂਪ ਆਪੂ, ਮਹਾ ਸ਼ਤਰੂ ਖਾਪੂ। ਗਰੀਬ ਨਵਾਜ ਜੀ ਨੇ ਫਿਰ ਆਪ ਤੀਰ ਕੱਢਿਆ ਪੱਥੇ ਵਿੱਚੋਂ, ਜਿਹੜਾ ਚੌੜਾ ਸੀਗਾ ਤੇ ਸਾਧ ਸੰਗਤ ਜੀ ਵੈਰੀਆਂ ਨੂੰ ਮਾਰਨ ਵਾਲਾ ਸੀ। ਕੱਢਿਓ ਤੀਰ ਤੀਖਾ, ਜੋ ਸਾਪੰ ਸਰੀਖਾ। ਐ ਸੱਪ ਵਾਂਗੂ ਛੂਕਣ ਵਾਲਾ ਤੀਰ ਸਤਿਗੁਰਾਂ ਨੇ ਕੱਢਿਆ ਹੈ। ਗੁਨੰ ਜੋਰ ਤਾਨਾ, ਲੱਗਿਓ ਪਾਨ ਕਾਨਾ। ਕਹਿਣ ਲੱਗੇ ਉਸ ਤੀਰ ਨੂੰ ਚਿੱਲੇ ਵਿੱਚ ਲਾਇਆ ਤੇ ਆਪਣੇ ਕੰਨ ਤੱਕ ਹੱਥ ਲੈ ਕੇ ਆਏ, ਕੰਨ ਤੱਕ ਖਿੱਚਿਆ। ਹਰੀ ਚੰਦ ਹੇਰਾ, ਨਿਸ਼ਾਨੋ ਬਡੇਰਾ। ਹਰੀ ਚੰਦ ਨੂੰ ਵੇਖਿਆ ਤੇ ਨਿਸ਼ਾਨਾ ਲਾਇਆ। ਹਿਰਦੇ ਤਾਕ ਆਛੇ, ਰਿਪੂ ਨਾਸ਼ ਬਾਸ਼ੇ। ਕਹਿਣ ਲੱਗੇ ਹਰੀ ਚੰਦ ਦੇ ਹਿਰਦੇ ਦਾ ਨਿਸ਼ਾਨਾ ਲਾਇਆ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਤਜਿਓ ਸ਼ੀਘਰ ਧਾਰੀ, ਗਇਓ ਬੇਗ ਭਾਰੀ। ਤੇ ਸਾਧ ਸੰਗਤ ਜੀ ਉਸੇ ਵੇਲੇ ਹੀ ਜਦੋਂ ਮਹਾਰਾਜ ਨੇ ਛੱਡਿਆ ਨਾ ਤੀਰ, ਤੀਰ ਛੂਕਦਾ ਹੋਇਆ ਬੜੀ ਤੇਜ਼ੀ ਦੇ ਨਾਲ ਅੱਗੇ ਵਧਿਆ। ਡਸਿਓ ਨਾਗ ਮਾਨੋ, ਗਿਰਿਓ ਪ੍ਰਾਨ ਹਾਨੋ। ਹਾਂਜੀ। ਹਿਰਦਾ ਫੋਰ ਪਾਰਾ, ਪਰਿਓ ਜਾਏ ਨਿਆਰਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਸੱਪ ਜਾ ਕੇ ਡੰਗ ਮਾਰਦਾ ਉਵੇਂ ਹੀ ਉਹ ਤੀਰ ਗਿਆ, ਨਿਸ਼ਾਨਾ ਲਾਇਆ ਸੀ ਹਿਰਦੇ ਦਾ। ਸਾਧ ਸੰਗਤ ਜੀ ਸਿੱਧਾ ਛਾਤੀ ਵਿੱਚ ਹੀ ਤੀਰ ਗਿਆ ਜੀ। ਫਿਰ ਜੀ ਉਹ ਤੀਰ ਹਰੀ ਚੰਦ ਰਾਜੇ ਦੀ। ਕਹਿਣ ਲੱਗੇ ਗਿਰਿਓ ਪ੍ਰਾਨ ਹਾਨੋ, ਧਰਤੀ ਤੇ ਡਿੱਗ ਗਿਆ, ਮਰ ਗਿਆ। ਤਰੁ ਜਿਉ ਪੁਰਾਣਾ, ਮਨਿਓ ਬੇਗ ਹਾਨਾ। ਜਿਵੇਂ ਪੁਰਾਣਾ ਬੋੜ ਧਰਤੀ ਤੇ ਡਿੱਗਦਾ ਹੈ ਤੇ ਪਤਾ ਲੱਗਦਾ ਹੈ ਨਾ, ਇਸੇ ਤਰ੍ਹਾਂ ਹਰੀ ਚੰਦ ਬੋੜ ਵਰਗਾ ਸੀਗਾ ਪੁਰਾਣੇ। ਕਹਿਣ ਲੱਗੇ ਉਹ ਧਰਤੀ ਤੇ ਡਿੱਗ ਗਿਆ। ਵਿਖਿਓ ਦਾਨ ਓਰਾ, ਕਰਿਓ ਭੂਰ ਸ਼ੋਰਾ। ਕਹਿਣ ਲੱਗੇ ਦੋਵਾਂ ਪਾਸਿਓਂ ਰੌਲਾ ਪੈ ਗਿਆ, ਹਰੀ ਚੰਦ ਮਰ ਗਿਆ, ਹਰੀ ਚੰਦ ਮਰ ਗਿਆ, ਹਰੀ ਚੰਦ ਮਰ ਗਿਆ। ਦੋਵਾਂ ਬੰਨੇ ਰੌਲਾ ਪੈਣ ਲੱਗਾ। ਪਟੰਗ ਹੇਲ ਘਾਲਾ, ਪਠਾਨੇ ਬੇਸਾਲਾ। ਕਹਿਣ ਲੱਗੇ ਪਠਾਨ ਜਿਹੜੇ ਸੀ ਹੋਰ ਯੋਧੇ ਸੀ, ਫਿਰ ਯੁੱਧ ਹੋਰ ਤੇਜ਼ ਹੋਇਆ। ਗੁਰੂ ਬਾਨ ਮਾਰੇ, ਅਨੇਕਾਂ ਸੰਘਾਰੇ। ਹਰੀ ਚੰਦ ਨੂੰ ਮਾਰ ਕੇ ਫਿਰ ਸਤਿਗੁਰਾਂ ਨੇ ਹੋਰ ਕਈਆਂ ਨੂੰ ਮਾਰਿਆ। ਚੱਲਿਓ ਅਗਰ ਆਇਓ, ਸੋ ਜਾਣੈ ਨਾ ਪਾਇਓ। ਮਹਾਰਾਜ ਜੰਗ ਦੀ ਰਣ ਖੇਤਰ ਵਿੱਚ ਚਲਦਿਆਂ ਚਲਦਿਆਂ ਕਾਫੀ ਅੱਗੇ ਆ ਗਏ। ਘਨੇ ਆਏ ਗੇਰੇ, ਤਰਸੈ ਮਿੱਤਰ ਹੇਰੇ। ਘਨੇ ਘਾਏ ਗੇਰੇ, ਕਈ ਜ਼ਖਮੀ ਕਰਕੇ ਸੁੱਟ ਦਿੱਤੇ, ਕਈ ਡਰਾ ਕੇ ਭਜਾ ਦਿੱਤੇ। ਲੀਏ ਸੂਰ ਮਾਰੀ, ਭਰੇ ਭਜੇ ਪੀਰ ਭਾਰੀ। ਕਹਿਣ ਲੱਗੇ ਕਈ ਸੂਰਮੇ ਮਾਰ ਦਿੱਤੇ, ਕਈਆਂ ਨੂੰ ਭਜਾ ਦਿੱਤਾ। ਕਹਾਂ ਲਾ ਉਚਾਰੈ, ਪਰੀ ਲੋਹ ਮਾਰ। ਭਾਈ ਸੰਤੋਖ ਸਿੰਘ ਕਹਿੰਦੇ ਕਿੱਥੋਂ ਤੱਕ ਦੱਸਾਂ ਕਿੰਨੀ ਲੋਹੇ ਦੀ ਮਾਰ ਪਈ ਹੈ। ਗੁਰੂ ਜੀਤ ਹੋਈ, ਦਲੰ ਜਾਨ ਦੋਈ। ਦੋਵਾਂ ਦਲਾਂ ਦੇ ਵਿੱਚ, ਦੋਵਾਂ ਫੌਜਾਂ ਵਿੱਚ ਇਹ ਗੱਲ ਤੇ ਪਸਰ ਗਈ ਹੈ ਵੀ ਗੁਰੂ ਜੀ ਦੀ ਜਿੱਤ ਹੋ ਰਹੀ ਹੈ। ਅੱਗੋਂ ਜਿੱਤ ਕਿਵੇਂ ਹੁੰਦੀ ਹੈ ਉਹ ਸਾਧ ਸੰਗਤ ਜੀ ਕੱਲ ਨੂੰ ਆਪਾਂ ਸਰਵਣ ਕਰਾਂਗੇ। ਲਗਭਗ ਹਰੀ ਚੰਦ ਰਾਜਾ ਮਰ ਚੁੱਕਾ ਹੈ, ਫਤਿਹ ਸ਼ਾਹ ਮੈਦਾਨ ਛੱਡ ਕੇ ਭੱਜ ਚੁੱਕਾ ਹੈ। ਚਾਰੇ ਵਾਹਿਗੁਰੂ 3 ਪਠਾਨ ਯੋਧੇ ਉਹ ਵੀ ਮਰ ਚੁੱਕੇ ਹਨ। ਬਾਕੀ ਰਾਜੇ ਜਿਹੜੇ ਸੀਗੇ ਉਹ ਵੀ ਭੱਜ ਚੁੱਕੇ ਹਨ। ਪਠਾਣਾਂ ਦੀ ਫੌਜ ਵੀ ਮਰ ਚੁੱਕੀ ਹੈ। ਪਹਾੜੀਆਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਭੱਜ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਆਪ ਜੰਗ ਦੇ ਮੈਦਾਨ 'ਚ ਘੋੜਾ ਭਜਾ ਰਹੇ ਹੈ। ਕੌਣ ਸੀਗਾ ਸਾਧ ਸੰਗਤ ਜੀ ਜਿਹੜਾ ਅੜਦਾ? ਕਿਹੜਾ ਝੱਲੇ ਗੁਰੂ ਦੀ ਝਾਲਾ, ਝੱਲੇ ਗੁਰੂ ਦੀ ਝਾਲਾ। ਕਿਹੜਾ ਝੱਲੇ ਗੁਰੂ ਦੀ ਝਾਲਾ, ਕਿਹੜਾ ਝੱਲੇ ਗੁਰੂ ਦੀ ਝਾਲਾ। ਕਿਹੜਾ ਝੱਲੇ ਗੁਰੂ ਦੀ ਝਾਲਾ, ਕਿਹੜਾ ਝੱਲੇ ਗੁਰੂ ਦੀ ਝਾਲਾ।
ਕਿਹੜਾ ਝੱਲੇ ਗੁਰੂ ਦੀ ਝਾਲਾ, ਕਿਹੜਾ ਝੱਲੇ ਗੁਰੂ ਦੀ ਝਾਲਾ। ਸਾਧ ਸੰਗਤ ਆਪ ਘੋੜਾ ਭਜਾ ਕੇ ਕਦੀ ਇੱਧਰ ਕਦੀ ਉੱਧਰ, ਕਦੀ ਇੱਧਰ ਕਦੀ ਉੱਧਰ। ਕੌਣ ਸੀਗਾ ਜਿਹੜਾ ਸਤਿਗੁਰਾਂ ਦੇ ਅੱਗੇ ਟਿਕਦਾ? ਆਪਾਂ ਕਹਿੰਦੇ ਆ ਨਾ, ਆਕੀ ਰਹੇ ਨਾ ਕੋਏ। ਸੋ ਅੱਗੋਂ ਜੰਗ ਦੀ ਜਿੱਤ ਲਗਭਗ ਹੋ ਚੁੱਕੀ ਹੈ। ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਬੜਾ ਵੱਡਾ ਜੰਗ ਸੀਗਾ, ਤੇ ਸਾਧ ਸੰਗਤ ਦੀ ਸਾਰਾ ਦਿਨ ਹੀ ਜੰਗ ਹੁੰਦਾ ਰਹਿੰਦਾ ਹੈ। ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।